ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਪਿਰ ਸਲਾਹੀ ਆਪਣਾ, ਸਖੀ ਸਹੇਲੀ ਨਾਲ, ਤਨ ਸੋਹੈ ਮਨ ਮੋਹਿਆ, ਰਤੀ ਰੰਗ ਨਿਹਾਲ, ਸ਼ਬਦ ਸਵਾਰੀ ਸੋਹਣੀ, ਪਿਰ ਰਾਵੇ ਗੁਣ ਨਾਲ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਪਵਿੱਤਰ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 56 ਦੇ ਉੱਪਰ ਸਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਜੋ ਪਹਿਲੇ ਦੋ ਪਦੇ ਨੇ ਉਹ ਆਪ ਜੀਆਂ ਨੇ ਕੱਲ ਦੇ ਸਮੇਂ ਦੇ ਵਿੱਚ ਵਿਚਾਰੇ। ਅਗਲੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਤੀਸਰੇ ਪਦੇ ਨੂੰ ਸਮਝਣ ਤੋਂ ਪਹਿਲਾਂ ਜੋ ਸ਼ਬਦ ਦਾ ਕੇਂਦਰੀ ਭਾਵ ਹੈ, ਰਹਾਉ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ। ਮੁੰਦੇ ਗੁਣਹੀਨੀ ਸੁਖ ਕਿਹੇ। ਗੁਰਬਾਣੀ ਦੇ ਅੰਦਰ ਦੋ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ, ਇੱਕ ਦੁਹਾਗਣ ਦਾ ਤੇ ਇੱਕ ਸੁਹਾਗਣ ਦਾ। ਕੁਚੱਜੀ ਔਰ ਸੁਚੱਜੀ। ਸੁਹਾਗਣ ਉਹ ਹੈ ਜੋ ਸੁਹਾਗ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਜੁੜ ਗਈ। ਦੁਹਾਗਣ ਉਹ ਹੈ ਜਿਹਨੇ ਨਿਰੰਕਾਰ ਦਾ ਪੱਲਾ ਛੱਡ ਕੇ ਸੰਸਾਰ ਦਾ ਪੱਲਾ ਪਕੜ ਲਿਆ। ਅਸੀਂ ਵੀ ਦੋ ਤਲ ਤੇ ਜੀ ਰਹੇ ਹਾਂ, ਇੱਕ ਆਤਮਿਕ ਤਲ ਤੇ ਇੱਕ ਸਰੀਰਕ ਤਲ ਤੇ। ਪਰ ਇਹ ਗੁਰਬਾਣੀ ਜਿਹੜੀ ਹੈ ਇਹ ਸਾਡੇ ਆਤਮਿਕ ਅਵਸਥਾ ਵਾਸਤੇ ਹੈ। ਇਹ ਗੁਰਬਾਣੀ ਸਾਡੇ ਆਤਮਿਕ ਅਵਸਥਾ ਦੇ ਵਿੱਚ ਇੱਕ ਖੁਰਾਕ ਹੈ। ਜਿਵੇਂ ਅਸੀਂ ਸਰੀਰ ਦੀ ਖੁਰਾਕ ਲੈਂਦੇ ਹਾਂ, ਇਸੇ ਤਰ੍ਹਾਂ ਗੁਰਬਾਣੀ ਸਾਡੀ ਰੂਹ ਦੀ ਖੁਰਾਕ ਹੈ। ਇਸ ਜਿੰਦ ਨੂੰ ਸੰਬੋਧਨ ਕਰਕੇ ਆਖਿਆ, ਮੁੰਦੇ ਹੇ ਮੂਰਖ, ਵਿਕਾਰਾਂ ਦੇ ਵਿੱਚ ਅੰਧੀ ਹੋਈ, ਗੁਣਾਂ ਤੋਂ ਹੀਣੀ। ਗੁਣਾਂ ਤੋਂ ਹੀਣੀ ਹੋ ਕੇ ਸੁੱਖ ਕਾਹਦਾ। ਇਹ ਸੁਭਾਵਕ ਹੈ ਵੀ ਜੇ ਗੁਣ ਨਹੀਂ ਤਾਂ ਫਿਰ ਅਵਗਣ ਨੇ, ਜੇ ਅਵਗਣ ਹੈ ਤਾਂ ਗੁਣ ਨਹੀਂ, ਜੇ ਗੁਣ ਹਨ ਤਾਂ ਅਵਗਣ ਨਹੀਂ। ਸੁਹਾਗਣ ਦੇ ਅੰਦਰ ਸ਼ੁਭ ਗੁਣ ਦਾ ਖਜ਼ਾਨਾ ਹੈ ਤੇ ਦੁਹਾਗਣ ਦੇ ਅੰਦਰ ਅਵਗਣਾਂ ਦਾ ਖਜ਼ਾਨਾ ਹੈ। ਇਸ ਲਈ ਕਹਿ ਰਹੇ ਹਾਂ ਗੁਣਹੀਣੀ, ਗੁਣਾਂ ਤੋਂ ਹੀਣੀ,
ਸੁਖ ਕੇ ਕਾਹਦਾ ਸੁਖ ਹੈ ਤੇਰੇ ਜੀਵਨ 'ਚ? ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ। ਬਹਿਰੂਨੀ ਸਰੀਰਕ ਅਵਸਥਾ ਵਿੱਚ ਵੇਖੋ, ਜਿਨ੍ਹਾਂ ਦੇ ਕੋਲ ਕਰੋੜਾਂ ਅਰਬਾਂ ਦੀ ਦੌਲਤ ਹੈ, ਜਿਨ੍ਹਾਂ ਕੋਲ ਪਦਾਰਥਾਂ ਦੀ ਕਮੀ ਨਹੀਂ, ਧਨ ਦੀ ਕਮੀ ਨਹੀਂ, ਪਰ ਉਹਨਾਂ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਕਾਹਦਾ ਸੁੱਖ ਹੈ? ਇਹ ਧਨ ਪਦਾਰਥਾਂ ਦਾ ਸੁੱਖ ਨਹੀਂ। ਅਸੀਂ ਤੇ ਅੰਦਰੋਂ ਹਰ ਵੇਲੇ ਦੁਖੀ ਰਹਿੰਦੇ ਹਾਂ। ਤੇ ਜਿਨ੍ਹਾਂ ਦੇ ਕੋਲ ਧਨ ਪਦਾਰਥ ਨਹੀਂ, ਉਹ ਚਾਹੁੰਦੇ ਨੇ, ਉਹ ਸੋਚਦੇ ਨੇ ਵੀ ਜਿਨ੍ਹਾਂ ਕੋਲ ਬਹੁਤ ਧਨ ਹੁੰਦਾ ਹੈ ਉਹ ਬਹੁਤ ਸੁਖੀ ਹੁੰਦੇ ਨੇ। ਜਿਨ੍ਹਾਂ ਕੋਲ ਬਹੁਤ ਧਨ ਪਦਾਰਥ ਹੋਵੇ ਮਾਇਆਵੀ ਤਲ ਤੇ, ਉਹ ਬੜੇ ਸੁਖੀ ਹੁੰਦੇ ਨੇ। ਪਰ ਮਹਾਰਾਜ ਕਹਿੰਦੇ ਨਹੀਂ, ਦੇਖਣ ਨੂੰ ਹੀ ਲੱਗਦੇ ਨੇ, ਅੰਦਰ ਸੁੱਖ ਕੋਈ ਨਹੀਂ ਹੁੰਦਾ। ਦੁੱਖ ਤੋਂ ਸਿਵਾ, ਪਰੇਸ਼ਾਨੀਆਂ ਤੋਂ ਸਿਵਾ ਇਹਨਾਂ ਕੋਲ ਕੁਛ ਨਹੀਂ ਹੁੰਦਾ। ਇਸ ਲਈ ਆ ਸੁੱਖ ਕਾਦੇ ਗੁਣਾ ਤੋਂ ਹੀਣੀ ਹੋ ਕੇ। ਸੁੱਖ ਤਾਂ ਪਰਮੇਸ਼ਵਰ ਦੇ ਨਾਮ ਵਿੱਚ ਹੈ। ਸੁੱਖ ਤਾਂ ਅਸੁੱਖ ਦੇਣ ਵਾਸਤੇ ਹੀ ਸਾਨੂੰ ਗੁਰਬਾਣੀ ਆ ਸ਼ਬਦ ਦਿੱਤਾ ਵੀ ਜਿਹੜਾ ਸੁੱਖ ਤੁਹਾਨੂੰ ਧਨ ਪਦਾਰਥਾਂ ਵਿੱਚੋਂ ਦੀ ਨਹੀਂ ਮਿਲ ਸਕਦਾ, ਉਹ ਸੁੱਖ ਤੁਹਾਨੂੰ ਸ਼ਬਦ ਵਿੱਚੋਂ ਮਿਲੇਗਾ। ਪਰ ਉਹ ਵੀ ਤਾਂ ਹੀ ਮਿਲੇਗਾ ਜੇ ਅਸੀਂ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜਾਂਗੇ। ਜੇ ਸ਼ਬਦ ਦੇ ਅਭਿਆਸੀ ਹੋਵਾਂਗੇ ਤੇ ਸ਼ੁਭ ਗੁਣ ਇਕੱਠੇ ਕਰਾਂਗੇ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਪਿਰ ਰਲੀਆਂ ਰਸ ਮਾਨਸੀ, ਸਾਚ ਸ਼ਬਦ ਸੁਖ ਨੇਹ। ਜਿਹੜੇ ਪਿਆਰ ਵਿੱਚ ਸ਼ਬਦ ਨਾਲ ਜੁੜ ਗਏ, ਉਹਨਾਂ ਨੇ ਪਿਆਰੇ ਵਾਹਿਗੁਰੂ ਜੀ ਦੇ ਚਰਨਾਂ ਦਾ ਆਨੰਦ ਮਾਣਿਆ, ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਹੈ। ਨਹੀਂ ਤਾਂ ਮੁੰਦੇ ਗੁਣਹੀਣੀ ਸੁੱਖ ਕੇ, ਆ ਗੁਣਾਂ ਤੋਂ ਹੀਣੇ ਰਹਿ ਕੇ ਕਾਹਦਾ ਸੁੱਖ ਹੈ? ਕੋਈ ਸੁੱਖ ਨਹੀਂ ਜ਼ਿੰਦਗੀ ਵਿੱਚ। ਇਹ ਰਹਾਉ ਵਾਲੀ ਪੰਕਤੀ ਵਿੱਚ ਕੇਂਦਰੀ ਭਾਵ ਵਿੱਚ ਗੁਰੂ ਸਾਹਿਬ ਨੇ ਸੰਬੋਧਨ ਕੀਤਾ। ਤੀਸਰੇ ਪਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ, ਪਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ। ਸਭ ਕਹਿੰਦੇ, ਹੇ ਮੁੰਡੇ, ਇਹ ਜੀਵ ਇਸਤਰੀਏ, ਤੂੰ ਆਪਣੇ ਪਿਆਰੇ ਪਰਮੇਸ਼ਵਰ ਦੀ ਸਿਫਤ ਸਲਾਹ ਕਰਿਆ ਕਰ। ਕਿਉਂਕਿ ਜੀਵ ਇਸਤਰੀ ਦਾ ਜਿਹੜਾ ਮਾਲਕ ਹੈ, ਖਸਮ ਹੈ, ਉਹ ਹੈ ਪਰਮੇਸ਼ਵਰ। ਤੇ ਜਿੰਨੇ ਵੀ ਅਸੀਂ ਬਾਹਰੋਂ ਇਸਤਰੀਆਂ ਦੇ ਰੂਪ ਦੇ ਵਿੱਚ ਹਾਂ, ਸੁਹਾਗਣ ਦੇ ਰੂਪ ਦੇ ਵਿੱਚ ਹਾਂ, ਉਹ ਆਪਣੇ ਪਤੀ ਦੇ ਹੀ ਗੁਣ ਗਾਉਂਦੀਆਂ ਨੇ। ਉਹ ਆਪਣੇ ਪਤੀ ਦੇ ਹੀ ਸਿਫਤ ਸਲਾਹਾਂ ਕਰਦੀਆਂ। ਇਵੇਂ ਹੀ ਸਾਹਿਬ ਜੀ ਕਹਿੰਦੇ, ਹੇ ਜੀਵ ਇਸਤਰੀ, ਤੂੰ ਵੀ ਆਪਣੇ ਪਿਰ, ਪਿਰ ਦਾ ਅਰਥ ਹੈ ਪਤੀ, ਪਰਮੇਸ਼ਵਰ, ਖਸਮ, ਤੂੰ ਵੀ ਆਪਣੇ ਪਿਆਰੇ ਮਾਲਕ ਦੇ ਜਿਹੜੇ ਆ ਉਹ ਗੁਣ ਗਾਇਆ ਕਰ, ਉਹਦੀ ਸਿਫਤ ਸਲਾਹ ਕਰਿਆ ਕਰ। ਕਿਵੇਂ ਕਰਨਾ? ਸਖੀ ਸਹੇਲੀ ਨਾਲ। ਆ ਜਿਹੜੀਆਂ ਤੇਰੀਆਂ ਸਖੀਆਂ ਨੇ, ਸਹੇਲੀਆਂ ਨੇ, ਇਹਦੇ ਦੋ ਅਰਥ ਨੇ। ਇੱਕ ਤਾਂ ਇਹਦਾ ਅਰਥ ਹੈ ਆ ਸਤ ਸੰਗੀ ਜਨ। ਇਹਨਾਂ ਸਤ ਸੰਗੀਆਂ ਨਾਲ ਰਲ ਕੇ ਤੂੰ ਪਰਮੇਸ਼ਵਰ ਦੀ ਸਿਫਤ ਕਰਿਆ ਕਰ, ਤੂੰ ਮਾਲਕ ਦੇ ਗੁਣ ਗਾਇਆ ਕਰ। ਔਰ ਦੂਸਰਾ ਇਹਦਾ ਅਰਥ ਹੈ ਕਿ ਸਾਡੀਆਂ ਜਿਹੜੀਆਂ ਇੰਦਰੀਆਂ ਨੇ, ਇਹ ਸਾਡੇ ਜੀਵ ਇਸਤਰੀ ਦੀਆਂ ਸਖੀਆਂ ਨੇ, ਸਹੇਲੀਆਂ ਨੇ। ਇਹਨਾਂ ਸਖੀਆਂ ਦੇ ਨਾਲ ਰਲ ਕੇ ਤੂੰ ਪਰਮੇਸ਼ਵਰ ਦੀ ਸਿਫਤ ਸਲਾਹ ਕਰਿਆ ਕਰ। ਉਹਦੇ ਨਾਲ ਕੀ ਹੋਏਗਾ? ਤਨ ਸੋ ਹੈ, ਤਨ ਦੇ ਨੰਨੇ ਨੂੰ ਸਿਹਾਰੀ, ਤਨ ਵਿੱਚ ਤੇਰੇ ਅੰਦਰ ਜਿਹੜਾ ਉਹ ਸੁੰਦਰਤਾ ਆਏਗੀ। ਤੇਰੇ ਅੰਦਰ ਜਿਹੜੀ ਹੈ ਪਰਮੇਸ਼ਵਰ ਦੇ ਨਾਮ ਦੀ ਸਿਫਤ ਕਰਦਿਆਂ ਹੋਇਆਂ, ਜਦੋਂ ਤੇਰੇ ਅੰਦਰ ਸ਼ੁਭ ਗੁਣ ਆਉਣਗੇ ਤਾਂ ਤੇਰਾ ਜੀਵਨ ਅੰਦਰੋਂ ਸੋਹਣਾ ਹੋ ਜਾਏਗਾ। ਹੁਣ ਅਸੀਂ ਬਾਹਰੋਂ ਸੋਹਣੇ ਆ, ਪਰ ਜੇ ਬਾਹਰ ਅਸੀਂ ਸੋਹਣੇ ਆ ਤੇ ਅੰਦਰ ਦੀ ਸਾਡੀ ਸੋਚ ਮਾੜੀ ਹੋਵੇ, ਅੰਦਰ ਦੀ ਵਿਚਾਰ ਸਾਡੀ ਬੁਰੀ ਹੋਵੇ,
ਅੰਦਰ ਸਾਡੇ ਬੁਰਾਈਆਂ ਭਰੀਆਂ ਹੋਣ ਤੇ ਫਿਰ ਅਸੀਂ ਬਾਹਰ ਦੀ ਸੁੰਦਰਤਾ ਨੂੰ ਕੀ ਕਰਾਂਗੇ। ਇਸ ਲਈ ਅੰਦਰ ਸਾਡੀ ਸੋਚ ਵਿੱਚ ਸੁੰਦਰਤਾ ਹੋਣੀ ਚਾਹੀਦੀ ਹੈ, ਸਾਡੀ ਵਿਚਾਰ ਵਿੱਚ ਸੁੰਦਰਤਾ ਹੋਣੀ ਚਾਹੀਦੀ ਹੈ। ਅਸੀਂ ਬਾਹਰੋਂ ਤਾਂ ਸੁਥਰੇ ਹੋ ਗਏ ਪਰ ਅੰਦਰੋਂ ਕੁਥਰੇ ਹਾਂ। ਅੰਦਰੋਂ ਸੁਥਰੇ ਹੋਣ ਵਾਸਤੇ ਸਾਨੂੰ ਗੁਰਬਾਣੀ ਦਿੱਤੀ ਹੈ ਵੀ ਤੂੰ ਇਸ ਗੁਰਬਾਣੀ ਦਾ ਅਭਿਆਸ ਕਰ ਤਾਂ ਕਿ ਤੈਨੂੰ ਅੰਦਰੋਂ ਵੀ ਸੁੰਦਰਤਾ ਮਿਲ ਜਾਏ। ਪਿਰਸਾ ਲਾਹੀ ਆਪਣਾ ਸਖੀ ਸਹੇਲੀ ਨਾਲ, ਸਖੀਆਂ ਨਾਲ, ਸਹੇਲੀਆਂ ਨਾਲ, ਸਤ ਸੰਗੀਆਂ ਨਾਲ ਜਾਂ ਇੰਦਰੀਆਂ ਜਿਹੜੀਆਂ ਨੇ ਇਹਨਾਂ ਨਾਲ ਤੂੰ ਪਰਮੇਸ਼ਵਰ ਦੀ ਸਿਫਤ ਸਲਾਹ ਕਰ। ਤੇਰੇ ਤਨ ਦੇ ਵਿੱਚ ਸੁੰਦਰਤਾ ਆਏਗੀ। ਤਨ ਸੋ ਹੈ ਮਨ ਮੋਹਿਆ, ਤੇ ਮਨ ਤੇਰਾ ਅੰਦਰੋਂ ਮੋਹਿਆ ਜਾਏਗਾ। ਅਜੇ ਤਾਂ ਮਨ ਨੂੰ ਮਾਇਆ ਨੇ ਮੋਹਿਆ ਹੋਇਆ ਹੈ। ਇਸ ਮਾਇਆ ਮੋਹਣੀ ਨੇ ਮੋਹ ਲਿਆ। ਮਾਇਆ ਮਮਤਾ ਮੋਹਣੀ, ਇਹ ਮੋਹਣੀ ਹੈ ਜਿਹਨੇ ਸਾਡੇ ਮਨ ਨੂੰ ਮੋਹ ਲਿਆ। ਔਰ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਉਹ ਵੀ ਇਸ ਪਾਸੇ ਲੱਗੀਆਂ ਹੋਈਆਂ। ਕਹਿੰਦੇ ਜਦੋਂ ਤੂੰ ਸਿਫਤ ਸਲਾਹ ਦੇ ਵਿੱਚ ਇਹ ਜੀਵ ਇਸਤਰੀ ਜੁੜੇ ਤਾਂ ਮਨ ਵੀ ਮੋਹਿਆ ਜਾਏਗਾ। ਰਤੀ ਰੰਗ ਨਿਹਾਲ, ਤੇ ਉਹ ਜਿਹੜਾ ਫਿਰ ਪ੍ਰੇਮ ਦਾ ਰੰਗ ਚੜ੍ਹੇਗਾ ਉਹਦੇ ਵਿੱਚ ਜਦੋਂ ਤੂੰ ਰਤੀ ਜਾਏਂਗੀ, ਰੰਗੀ ਜਾਏਂਗੀ। ਜਦੋਂ ਤੇਰੇ ਅੰਦਰ ਦਾ ਚੋਲਾ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਏਗਾ ਫਿਰ ਨਿਹਾਲ, ਤੂੰ ਸਦਾ ਵਾਸਤੇ ਨਿਹਾਲ ਹੋ ਜਾਏਂਗੀ। ਤੇਰਾ ਜੀਵਨ ਆਨੰਦਮਈ ਹੋ ਜਾਏਗਾ। ਫਿਰ ਬਾਹਰੋਂ ਭਾਵੇਂ ਧਨ ਪਦਾਰਥ ਬਹੁਤੇ ਹੋਣ ਭਾਵੇਂ ਨਾ ਹੋਣ, ਜੀਵਨ ਤੇਰਾ ਅੰਦਰੋਂ ਆਨੰਦਮਈ ਹੋ ਜਾਏਗਾ। ਔਰ ਇਹ ਜਿਹੜੇ ਦਿਨ ਔਰ ਰਾਤਾਂ ਨੇ ਪੋਹ ਦੀਆਂ, ਇਹਦੇ ਵਿੱਚ ਸਾਨੂੰ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦੇ ਇਹ ਦੱਸ ਰਹੇ ਨੇ ਕਿ ਸਰੀਰ ਕਰਕੇ ਭਾਵੇਂ ਸਾਨੂੰ ਇਹ ਠੰਡ ਤੋਂ ਬਚਣ ਵਾਸਤੇ ਗਰਮ ਵਸਤਰ ਭਾਵੇਂ ਨਾ ਮਿਲੇ, ਭਾਵੇਂ ਖਾਣ ਵਾਸਤੇ ਭੋਜਨ ਨਾ ਮਿਲੇ, ਪਰ ਅੰਦਰ ਤੇ ਆਨੰਦ ਬਣਿਆ ਹੋਇਆ ਹੈ। ਅੰਦਰ ਤੇ ਉਹ ਖੁਸ਼ੀਆਂ, ਅੰਦਰ ਤੇ ਖੇੜਾ ਬਣਿਆ ਹੋਇਆ ਹੈ। ਤਨ ਕਰਕੇ ਭਾਵੇਂ ਉਹ ਦੁੱਖ ਦੇ ਰਿਹਾ, ਤਸੀਹੇ ਦੇ ਰਿਹਾ, ਪਰ ਮਨ ਕਰਕੇ ਤਾਂ ਸੁੱਖ ਬਣਿਆ ਹੋਇਆ ਹੈ। ਅਸੀਂ ਤਨ ਕਰਕੇ ਸੁਖੀ ਹਾਂ, ਮਨ ਕਰਕੇ ਦੁਖੀ ਹਾਂ। ਪਰ ਜਿਹਨੇ ਪਰਮੇਸ਼ਵਰ ਦੇ ਰੰਗ ਵਿੱਚ ਰੰਗਣਾ ਕੀਤਾ ਉਹ ਮਨ ਕਰਕੇ ਸੁਖੀ ਹੋ ਜਾਂਦਾ ਹੈ। ਤਨ ਸੋ ਹੈ ਮਨ ਮੋਹਿਆ, ਰਤੀ ਰੰਗ ਨਿਹਾਲ। ਇਸ ਲਈ ਕਹਿਣ ਲੱਗੇ ਤੂੰ ਸਖੀਆਂ ਸਹੇਲੀਆਂ ਭਾਵ ਸਤ ਸੰਗੀਆਂ ਨਾਲ ਰਲ ਕੇ ਪਰਮੇਸ਼ਵਰ ਦੀ ਸਿਫਤ ਕਰ। ਅੰਦਰ ਤੇਰੇ ਸੁੰਦਰਤਾ ਆਏਗੀ ਔਰ ਪਰਮੇਸ਼ਵਰ ਦੇ ਪਿਆਰ ਦੇ ਵਿੱਚ ਤੂੰ ਰੰਗੀ ਜਾਵੇਂਗੀ ਔਰ ਸਦਾ ਲਈ ਤੇਰਾ ਜੀਵਨ ਨਿਹਾਲ ਹੋ ਜਾਏਗਾ। ਆਨੰਦਮਈ ਤੇਰਾ ਜੀਵਨ ਜਿਹੜਾ ਉਹ ਬਣ ਜਾਏਗਾ। ਇਸ ਜੀਵ ਇਸਤਰੀ ਨੂੰ ਸੰਬੋਧਨ ਕਰਦਿਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਣ ਦਾ ਯਤਨ ਕਰਦੇ। ਸ਼ਬਦ ਸਵਾਰੀ ਸੋਹਣੀ, ਜਿਹਨੂੰ ਸ਼ਬਦ ਨੇ ਸਵਾਰਿਆ। ਇੱਕ ਫਿਰ ਬੇਨਤੀ ਸਮਝ ਕੇ ਚੱਲਣਾ, ਸਰੀਰ ਨੂੰ ਸਵਾਰਨਾ ਸਾਡੇ ਹੱਥ ਵੱਸ ਹੈ। ਅਸੀਂ ਇਹਨੂੰ ਜਿੱਦਾਂ ਮਰਜ਼ੀ ਸਵਾਰ ਲਈਏ, ਜਿੱਦਾਂ ਦੇ ਮਰਜ਼ੀ ਅਸੀਂ ਤਨ ਤੇ ਬਸਤਰ ਜਿਹੜੇ ਆ ਉਹ ਸਵਾ ਕੇ, ਜਿੱਦਾਂ ਦੇ ਮਰਜ਼ੀ ਡਿਜ਼ਾਈਨ ਅਸੀਂ ਜਿਹੜੇ ਆ ਇਹਦੇ ਬਣਾ ਲਈਏ, ਜਿੰਨਾ ਮਰਜ਼ੀ ਆਕਾਰ ਵੱਡਾ ਛੋਟਾ ਆਪਣੇ ਤਨ ਦੇ ਕੱਪੜਿਆਂ ਦਾ ਕਰ ਲਈਏ, ਇਹ ਸਾਡੇ ਹੱਥ ਵੱਸ ਹੈ। ਅਸੀਂ ਆਪਣੇ ਚਿਹਰੇ ਤੇ ਜਿੰਨੀ ਮਰਜ਼ੀ ਸੁੰਦਰਤਾ ਲਿਆਈਏ, ਸਾਡੇ ਹੱਥ ਵੱਸ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਅੰਦਰ ਦੀ ਜਿਹੜੀ ਸੁੰਦਰਤਾ ਉਹ ਤੇਰੇ ਹੱਥ ਵੱਸ ਨਹੀਂ। ਅੰਦਰ ਦੀ ਸੁੰਦਰਤਾ ਬਣਨੀ ਹੈ ਸ਼ਬਦ ਦੇ ਰਾਹੀਂ। ਅੰਦਰ ਦੀ ਖੂਬਸੂਰਤੀ ਬਣਨੀ ਹੈ ਸ਼ਬਦ ਦੇ ਰਾਹੀਂ। ਤੇ ਜੇ ਸ਼ਬਦ ਦਾ ਅਭਿਆਸ ਨਹੀਂ ਹੋਏਗਾ, ਅੰਦਰੋਂ ਅਸੀਂ ਕਦੇ ਖੂਬਸੂਰਤ ਨਹੀਂ ਹੋ ਸਕਦੇ। ਅੰਦਰ ਸਾਡੀਆਂ ਵਿਚਾਰਾਂ, ਸਾਡੀ ਸੋਚ ਕਦੇ ਵੀ ਚੰਗੀ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਇਹ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਸਨ ਕਿ ਤੂੰ ਪਾਣੀ ਦੇ ਨਾਲ, ਸਾਬਣ ਨਾਲ ਆਪਣੇ ਬਾਹਰ ਨੂੰ ਸਵਾਰ ਸਕਦਾ ਹੈ, ਪਰ ਅੰਦਰ ਨੂੰ ਕਿਵੇਂ ਸਵਾਰੇਗਾ?
ਉੱਥੇ ਨਾ ਪਾਣੀ ਦਾ ਪ੍ਰਭਾਵ ਪੈਣਾ ਨਾ ਸਾਬਣ ਦਾ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ, ਸਾਬੂਨ ਲਈਐ ਉਹ ਧੋਏ। ਇਹ ਤੇ ਸਾਡੇ ਹੱਥ ਵੱਸ ਹੈ। ਅਸੀਂ ਵਧੀਆ ਤੋਂ ਵਧੀਆ ਸਾਬਣ ਜਿਹੜਾ ਉਹ ਤਿਆਰ ਕਰਕੇ ਦੇ ਸਕਦੇ ਹਾਂ, ਪਾਣੀ ਵੀ ਅਸੀਂ ਫਿਲਟਰ ਕਰ ਸਕਦੇ ਹਾਂ। ਪਰ ਮਹਾਰਾਜ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਮੈਂ ਕੈ ਰੰਗ। ਜਿਹੜੀ ਅੰਦਰ ਪਾਪ ਨਾਲ ਮਤ ਭਰੀ ਪਈ ਹੈ, ਜਿਹੜੀ ਅੰਦਰ ਗੰਦਗੀ ਭਰੀ ਪਈ ਹੈ ਬੁਰਾਈਆਂ ਦੀ, ਉਹ ਕਿਵੇਂ ਧੋਵੇਂਗਾ, ਉਹਨੂੰ ਕਿਵੇਂ ਸਵਾਰੇਗਾ। ਇਸ ਲਈ ਸਾਹਿਬ ਜੀ ਕਹਿੰਦੇ ਸ਼ਬਦ ਸਵਾਰੀ, ਸ਼ਬਦ ਦੇ ਦੁਆਰਾ ਜਿਹਨੇ ਆਪਣੇ ਅੰਦਰ ਨੂੰ ਸਵਾਰਿਆ, ਸੋਹਣੀ ਉਹਨਾਂ ਦੀ ਜੀਵ ਇਸਤਰੀ ਸੋਹਣੀ ਹੋ ਗਈ, ਉਹਨਾਂ ਦੀ ਸੋਚ ਸੋਹਣੀ ਹੋ ਗਈ, ਉਹਨਾਂ ਦੀ ਮਤ ਸੁੰਦਰ ਹੋ ਗਈ। ਪਿਰ ਰਾਵੇ ਗੁਣ ਨਾਲ, ਤੇ ਜਿਹੜੇ ਅੰਦਰੋਂ ਸੋਹਣੀਆਂ ਹੋ ਗਈਆਂ ਜੀਵ ਇਸਤਰੀਆਂ, ਸ਼ਬਦ ਨੇ ਜਿਨ੍ਹਾਂ ਨੂੰ ਅੰਦਰੋਂ ਸਵਾਰ ਦਿੱਤਾ, ਉਹਨਾਂ ਨੂੰ ਸ਼ੁਭ ਗੁਣ ਮਿਲੇ। ਉਸ ਗੁਣ ਦੇ ਸਦਕੇ ਪਿਰ ਰਾਵੇ ਉਹ ਆਪਣੇ ਪਿਆਰੇ ਨੂੰ ਮਿਲਦੀਆਂ ਨੇ। ਉਹ ਜੀਵ ਇਸਤਰੀਆਂ ਪਿਆਰੇ ਦੇ ਚਰਨਾਂ ਦਾ ਸੁੱਖ ਮੰਨਦੀਆਂ ਨੇ। ਕਿਹਦੇ ਆਸਰੇ? ਗੁਣ ਨਾਲ। ਇਹ ਸ਼ੁਭ ਗੁਣਾਂ ਦੇ ਆਸਰੇ, ਅਵਗੁਣਾਂ ਨਾਲ ਨਹੀਂ। ਸਾਡੀ ਗੁਰੂ ਦਰ ਤੇ ਅਰਦਾਸ ਹੀ ਇਹ ਹੈ ਕਿ ਮਹਾਰਾਜ ਕਿਸੇ ਤਰ੍ਹਾਂ ਅਵਗੁਣ ਸਾਡੇ ਅੰਦਰੋਂ ਨਿਕਲ ਜਾਣ। ਅਸੀਂ ਸ਼ੁਭ ਗੁਣ ਗ੍ਰਹਿਣ ਕਰਨ ਲਈ ਤੁਹਾਡੇ ਦਰ ਤੇ ਆਏ ਹਾਂ, ਕਿਉਂਕਿ ਹੋਰ ਦਰ ਹੀ ਨਹੀਂ ਹੈ ਜਿੱਥੇ ਅਸੀਂ ਕਹੀਏ ਹਮ ਅਵਗੁਣ ਭਰੇ ਇੱਕ ਗੁਣ ਨਹੀਂ, ਜਿੱਥੇ ਅਸੀਂ ਕਹੀਏ ਵੀ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਪਿਰ ਰਾਵੇ ਗੁਣ ਨਾਲ। ਇਹ ਜਿਹੜੇ ਸ਼ੁਭ ਗੁਣ ਮਿਲਨੇ ਆ ਨਾ, ਇਸ ਸ਼ੁਭ ਗੁਣਾਂ ਦੇ ਨਾਲ ਫਿਰ ਉਹ ਜਿਹੜੀ ਗੁਣ ਕਿੱਥੋਂ ਮਿਲਣੇ ਆ? ਸ਼ਬਦ ਵਿੱਚੋਂ। ਸ਼ਬਦ ਨੇ ਅੰਦਰ ਸਵਾਰ ਕੇ ਸ਼ੁਭ ਗੁਣ ਭਰ ਦਿੱਤੇ। ਉਸ ਗੁਣਾਂ ਦੇ ਨਾਲ ਉਹਦੇ ਆਸਰੇ ਪਿਰ ਰਾਵੇ, ਫਿਰ ਉਹ ਜੀਵ ਇਸਤਰੀ ਸੁਹਾਗਣ ਬਣ ਕੇ, ਸੁਹਾਗਵਤੀ ਹੋ ਕੇ ਪਿਆਰੇ ਦੇ ਚਰਨਾਂ ਦਾ ਸੁੱਖ ਜਿਹੜਾ ਉਹ ਮਾਣਦੀ ਹੈ। ਕਾਮਣ ਕਾਮਨਾ ਆਵਈ, ਖੋਟੀ ਅਵਗਣਿਆਰ, ਨਾ ਸੁਖ ਪਈਐ ਸਹੁਰੈ, ਝੂਠ ਜਲੀ ਵੇਕਾਰ, ਆਵਣ ਵੰਜਣ ਡਾਕੜੋ, ਛੋਡੀ ਕੰਤ ਵਿਸਾਰ। ਹੁਣ ਜਿਹੜਾ ਜੀਵਨ ਅਵਗਣਾ ਨਾਲ ਭਰਿਆ, ਜਿਹੜੀ ਦੁਹਾਗਣ ਹੈ, ਕੁਚੱਜੀ ਹੈ, ਜਿਹਨੂੰ ਚੱਜ ਨਹੀਂ ਆਇਆ ਜੀਵਨ ਦਾ, ਜਿਹਨੂੰ ਆਪਣੇ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਸੋਝੀ ਨਹੀਂ ਆਈ, ਜਿਹਨੇ ਸੰਸਾਰ ਦੇ ਮਾਇਆਵੀ ਰੰਗਾਂ ਵਿੱਚ ਹੀ ਰੰਗਣਾ ਕੀਤਾ। ਸਭ ਕਹਿੰਦੇ ਕਾਮਣ ਕਾਮ ਨਾ ਆਵਈ, ਖੋਟੀ ਅਵਗਣਿਆਰ। ਜਿਹੜੀ ਜੀਵ ਇਸਤਰੀ ਦੇ ਪੱਲੇ ਅਵਗਣੀ ਅਵਗਣ ਨੇ, ਜਿਹੜੀ ਅਵਗਣ ਆ ਰਹੀ ਹੈ ਔਰ ਜਿਹਦੀ ਮਤ ਖੋਟੀ ਹੈ, ਜਿਹਦੇ ਵਿੱਚ ਖੋਟ ਹੈ, ਕਹਿੰਦੇ ਉਹ ਜੀਵ ਇਸਤਰੀ ਜਿਹੜੀ ਆ ਕਾਮਣ, ਕਾਮਣ ਦਾ ਅਰਥ ਇਸਤਰੀ, ਉਹ ਫਿਰ ਆਪਣੇ ਮਾਲਕ ਦੇ ਕੰਮ ਕਦੇ ਨਹੀਂ ਆਉਂਦੀ। ਜਿਹਦੇ ਅੰਦਰ ਖੋਟ ਹੈ, ਜਿਹੜੀ ਅਵਗਣ ਆ ਰਹੀ ਹੈ, ਉਹ ਜੀਵ ਇਸਤਰੀ ਆਪਣੇ ਮਾਲਕ ਦੇ ਕਦੇ ਵੀ ਕੰਮ ਜਿਹੜਾ ਉਹ ਨਹੀਂ ਆਉਂਦੀ ਹੈ, ਕਿਸੇ ਕੰਮ ਨਹੀਂ। ਭਾਵ ਉਹਦੀ ਆ ਜ਼ਿੰਦਗੀ ਬੇਅਰਥ ਚਲੀ ਜਾਂਦੀ ਹੈ। ਉਹ ਆਪਣਾ ਇਹ ਜਨਮ, ਕਿਉਂਕਿ ਜਿਹਨੇ ਮਾਲਕ ਦੇ ਗੁਣ ਹੀ ਕੋਈ ਨਹੀਂ ਗਾਏ, ਉਹ ਭਾਵੇਂ ਬਾਹਰੋਂ ਜਿੰਨਾ ਮਰਜ਼ੀ ਖੂਬਸੂਰਤ ਹੋਵੇ, ਬਾਹਰੋਂ ਭਾਵੇਂ ਜਿੰਨਾ ਮਰਜ਼ੀ ਸੁਖੀ ਹੋਵੇ, ਬਾਹਰੋਂ ਭਾਵੇਂ ਉਹਦਾ ਜਿੰਨਾ ਮਰਜ਼ੀ ਨਾਮਣਾ ਹੋਵੇ, ਬਾਹਰੋਂ ਉਹਨੂੰ ਭਾਵੇਂ ਸਾਰੀ ਦੁਨੀਆ ਜਾਣਦੀ ਹੋਵੇ, ਪਰ ਜਿਹਨੇ ਪਰਮੇਸ਼ਵਰ ਦੇ ਗੁਣ ਹੀ ਕੋਈ ਨਹੀਂ ਗਾਏ, ਮਹਾਰਾਜ ਕਹਿੰਦੇ ਇਹਦਾ ਜਨਮ ਕੋਈ ਸਫਲ ਨਹੀਂ ਹੋਣਾ। ਅੱਜ ਭਾਵੇਂ 20, 50, 100, 1000 ਬੰਦਾ ਮਗਰ ਚੱਲਦਾ ਹੋਵੇ, ਪਰ ਜਿੱਦ ਨੇ ਸਰੀਰ ਛੁੱਟਣਾ ਨਾ, ਤੇ ਇਸ ਜੀਵ ਇਸਤਰੀ ਨੇ ਲੇਖੇ ਨਹੀਂ ਲੱਗਣਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਜਨਮ ਤਾਂ ਅਕਾਰਥ ਕਰ ਲਿਆ,
ਤੇਰਾ ਜਿਹੜੇ ਨਾਲ ਹਜ਼ਾਰਾਂ ਬੰਦੇ ਤੁਰਨ ਵਾਲੇ ਨੇ, ਇਹਨਾਂ ਨੇ ਥੋੜੀ ਜਨਮ ਸਫਲ ਕਰਾਉਣਾ ਸੀ। ਜਨਮ ਤਾਂ ਸਫਲ ਕਰਾਉਣਾ ਸੀ ਗੁਰਮੁਖਾਂ ਦੀ ਸੰਗਤ ਨੇ, ਨਾਮ ਦੇ ਰਸੀਆਂ ਨੇ, ਸਤ ਸੰਗੀਆਂ ਨੇ। ਪਰ ਅਸੀਂ ਮਾਇਆਵੀ ਰੰਗਾਂ ਵਿੱਚ ਰੰਗ ਕੇ, ਬਾਹਰ ਦੇ ਅਡੰਬਰ ਰਚ ਕੇ ਉਹਦੇ ਤੇ ਹੀ ਮਾਣ ਕਰਦੇ ਰਹੇ। ਪਰ ਮਹਾਰਾਜ ਕਹਿੰਦੇ ਜਿੱਦਣ ਇਹ ਜੀਵਨ ਸਮਾਪਤ ਹੋਣਾ, ਆ ਜੀਵ ਇਸਤਰੀ ਤੇਰੇ ਲੇਖੇ ਨਹੀਂ ਲੱਗਣੀ, ਇਹ ਫਿਰ ਆਵਾਗਮਨ ਬਣਿਆ ਰਹਿਣਾ ਹੈ। ਕਾਮਣ ਕਾਮ ਨ ਆਵਈ ਖੋਟੀ ਅਵਗਣ ਆਰ, ਨਾ ਸੁਖ ਪਈਐ ਸਹੁਰੈ ਝੂਠ ਜਲੀ ਵੇਕਾਰ। ਜਿਹਨੇ ਸਾਰੀ ਜ਼ਿੰਦਗੀ ਝੂਠ ਵਿੱਚ, ਵਿਕਾਰਾਂ ਵਿੱਚ ਹੀ ਆਪਣਾ ਜਿਹੜਾ ਜਾਲਿਆ ਸਾੜਿਆ ਹੈ, ਗਵਾਇਆ ਹੈ। ਸਾਰੀ ਜ਼ਿੰਦਗੀ ਝੂਠ ਦੇ ਵਿੱਚ, ਕਿਉਂਕਿ ਝੂਠ ਦੇ ਠੱਠੇ ਨੂੰ ਸਿਹਾਰੀ ਹੈ, ਵਿਕਾਰ ਦੇ ਰਾਰੇ ਨੂੰ ਸਿਹਾਰੀ ਹੈ। ਵਿਕਾਰ ਵਿੱਚ, ਝੂਠ ਵਿੱਚ ਜਿਹੜੀ ਜੀਵ ਇਸਤਰੀ ਜਲਦੀ ਰਹੀ, ਉਹਨੂੰ ਨਾ ਫਿਰ ਪੇਕੇ ਘਰ ਵਿੱਚ ਸੁੱਖ ਮਿਲਿਆ ਤੇ ਨਾ ਸਹੁਰੇ ਘਰ ਵਿੱਚ ਮਿਲਿਆ। ਦੋਵੇਂ ਗੱਲਾਂ ਸਮਝ ਕੇ ਚੱਲਣਾ। ਜਿੱਥੇ ਆਪਾਂ ਸਮਾਜ ਵਿੱਚ ਰਹਿ ਰਹੇ ਹਾਂ, ਇਹ ਪੇਕਾ ਘਰ ਹੈ, ਇਹ ਸੰਸਾਰ ਪੇਕਾ ਘਰ ਹੈ। ਔਰ ਇੱਕ ਦਿਨ ਇਹ ਸਰੀਰ ਛੱਡ ਕੇ ਇਸ ਜਿੰਦ ਨੇ ਸਹੁਰੇ ਘਰ, ਸਭਨਾ ਸਹੁਰੇ ਵੰਜਣਾ, ਸਭ ਮੁਕ ਲਾਵਣ ਹਾਰ। ਆਪਾਂ ਸਾਰਿਆਂ ਨੇ ਸਹੁਰੇ ਘਰ, ਆਪਾਂ ਸਾਰੇ ਅੰਦਰੋਂ ਜੀਵ ਇਸਤਰੀ ਦੇ ਰੂਪ ਵਿੱਚ ਆ, ਆਪਾਂ ਸਾਰਿਆਂ ਨੇ ਸਹੁਰੇ ਘਰ ਇੱਕ ਦਿਨ ਜਾਣਾ। ਪਰ ਉੱਥੇ ਵੀ ਸਹੁਰੇ ਘਰ ਤਾਂ ਥਾਂ ਮਿਲੇਗੀ ਜੇ ਇੱਥੋਂ ਪੇਕੇ ਘਰ ਚੋਂ ਗੁਣ ਲੈ ਕੇ ਜਾਵਾਂਗੇ। ਜੇ ਇੱਥੇ ਅਸੀਂ ਅਵਗਣ ਹੀ ਇਕੱਠੇ ਕਰਦੇ ਰਹੇ ਤੇ ਫਿਰ ਸਹੁਰੇ ਘਰ ਵੀ ਥਾਂ ਨਹੀਂ ਮਿਲਣੀ। ਫਿਰ ਲੋਕ ਗਇਓ ਪਰਲੋਕ ਗਵਾਇਓ। ਨਾ ਪੇਕੇ ਘਰ ਵਿੱਚ ਥਾਂ ਮਿਲੀ, ਨਾ ਸਹੁਰੇ ਘਰ ਵਿੱਚ, ਕਿਉਂਕਿ ਅਵਗਣ ਸੀ। ਅੱਜ ਵੀ ਸਮਾਂ ਜਿਹੜਾ ਫੈਸ਼ਨ ਦਾ ਸਮਾਂ ਨਾ, ਸਾਡੀਆਂ ਭੈਣਾਂ, ਸਾਡੀ ਧੀਆਂ ਨੂੰ ਬੇਨਤੀ ਕਿ ਘਰ ਵਿੱਚ ਜੇ ਮਾਂ ਗੁਣ ਦਿੰਦੀ ਆ ਨਾ, ਤੇ ਉਸ ਗੁਣ ਨੂੰ ਗ੍ਰਹਿਣ ਕਰਿਆ ਕਰੋ। ਇਹ ਨਾ ਆਖਿਆ ਕਰੋ ਮਾਂ ਨੂੰ ਕਿ ਤੁਸੀਂ ਹੁਣ ਬਜ਼ੁਰਗ ਹੋ ਗਏ ਹੋ, ਤੁਹਾਡਾ ਸਮਾਂ ਹੋਰ ਸੀ, ਸਾਡਾ ਹੋਰ ਹੈ। ਠੀਕ ਹੈ, ਬਦਲਾਵ ਆਉਣਾ ਚਾਹੀਦਾ ਹੈ, ਸਾਡੀਆਂ ਧੀਆਂ ਤਰੱਕੀਆਂ ਕਰਨ, ਬੁਲੰਦੀਆਂ ਨੂੰ ਛੂਹਣ। ਪਰ ਐਸਾ ਨਾ ਹੋਵੇ ਕਿ ਜਿਹੜੇ ਗੁਣ ਮਾਤਾ ਜੀ ਕੋਲੋਂ ਲੈਣੇ ਸੀ ਉਹ ਵੀ ਅਸੀਂ ਨਾ ਲਈਏ। ਕਿਉਂਕਿ ਸਹੁਰੇ ਘਰ ਦੇ ਵਿੱਚ ਜਾ ਕੇ ਫਿਰ ਉਹ ਗੁਣ ਕੰਮ ਆਉਣੇ ਨੇ ਜਿਹੜੇ ਮਾਤਾ ਜੀ ਨੇ ਸਿਖਾਏ ਨੇ। ਤੇ ਜਦੋਂ ਸਹੁਰੇ ਘਰ ਜਾ ਕੇ ਆਇਆ ਹੀ ਕੁਛ ਨਾ, ਤੇ ਫਿਰ ਧਾਹਾਂ ਮਾਰ ਕੇ ਰੋਣਾ ਵੀ ਮੈਨੂੰ ਮੇਰੀ ਮਾਂ ਸਮਝਾਉਂਦੀ ਰਹੀ ਵੀ ਧੀਏ ਇੱਕ ਦਿਨ ਸਹੁਰੇ ਘਰ ਜਾਣਾ, ਆ ਗੁਣ ਪੱਲੇ ਬੰਨ ਲੈ, ਸੋਹਣਾ ਆਚਰਣ ਬਣਾ, ਤੂੰ ਸੋਹਣੀ ਸੋਚ, ਸੋਹਣੀ ਵਿਚਾਰ ਲੈ ਕੇ ਜਾ, ਤਾਂ ਕਿ ਸਹੁਰੇ ਘਰ ਵਿੱਚ ਵੀ ਤੈਨੂੰ ਮਾਣ ਵਡਿਆਈ ਮਿਲੇ। ਪਰ ਉਦੋਂ ਧੀ ਨੇ ਆਖਿਆ ਵੀ ਮੈਨੂੰ ਪਰਵਾਹ ਕੋਈ ਨਹੀਂ ਹੈ। ਨਹੀਂ ਗੱਲ ਮੰਨੀ, ਸਮਾਂ ਲੰਘ ਗਿਆ। ਇੱਕ ਦਿਨ ਸਹੁਰੇ ਘਰ ਜਾਣਾ ਪਿਆ। ਉੱਥੇ ਜਾ ਕੇ ਫਿਰ ਮੱਥੇ ਹੱਥ ਮਾਰਿਆ ਵੀ ਮੇਰੇ ਤੋਂ ਆਉਂਦਾ ਹੀ ਕੁਛ ਨਹੀਂ, ਮੈਂ ਕੀ ਕਰਾਂ। ਫਿਰ ਦੋਸ਼ ਆਉਣਾ ਪੇਕੇ ਘਰ ਤੇ ਵੀ ਇਹਨਾਂ ਦੇ ਪੇਕੇ ਘਰ ਨੇ, ਮਾਪਿਆਂ ਨੇ ਸਿਖਾਇਆ ਹੀ ਕੁਛ ਨਹੀਂ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਆ ਵੀ ਤੈਨੂੰ ਹੁਣ ਇੱਥੇ ਪੇਕੇ ਘਰ ਗੁਣ ਕਿਹਨੇ ਦੇਣੇ ਆ, ਸਿਖਲਾਈ ਕਿਹਨੇ ਦੇਣੀ ਆ? ਗੁਰੂ ਗ੍ਰੰਥ ਸਾਹਿਬ ਨੇ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਸਿੱਖਿਆ ਦੇ ਰਿਹਾ ਹੈ ਇਸ ਜੀਵ ਇਸਤਰੀ ਨੂੰ ਕਿ ਤੂੰ ਇੱਕ ਦਿਨ ਸਹੁਰੇ ਜਾਣਾ ਹੈ, ਪਰਮੇਸ਼ਵਰ ਦੇ ਘਰ ਜਾਣਾ ਹੈ। ਤੇ ਜੇ ਤੂੰ ਚੰਗਾ ਆਚਰਣ ਨਾ ਬਣਾਇਆ, ਤੇਰਾ ਕਰੈਕਟਰ ਚੰਗਾ ਨਾ ਹੋਇਆ, ਤੇਰੀ ਸੋਚ ਚੰਗੀ ਨਾ ਹੋਈ, ਤੇ ਸਹੁਰੇ ਘਰ ਤੈਨੂੰ ਥਾਂ ਕੋਈ ਨਹੀਂ ਮਿਲਣੀ, ਉੱਥੇ ਤੇਰੀ ਢੋਈ ਕੋਈ ਨਹੀਂ ਬਣਨੀ। ਫਿਰ ਲੋਕ ਤੋਂ ਲੋਕ ਗਇਓ ਪਰਲੋਕ ਗਵਾਇਓ। ਪੇਕਾ ਵੀ ਗਿਆ ਤੇ ਸਹੁਰਾ ਵੀ ਗਿਆ। ਪੇਕੇ ਘਰ ਵਿੱਚੋਂ ਵੀ ਥਾਂ ਨਹੀਂ ਮਿਲੀ ਤੇ ਸੋਕੇ ਸਹੁਰੇ ਘਰ ਵੀ ਨਾ ਮਿਲੀ। ਫਿਰ ਉਹਦੀ ਹਾਲਤ ਕੀ ਹੋਏਗੀ? ਉਹਦੀ ਜ਼ਿੰਦਗੀ ਵਿੱਚ ਭਟਕਣਾ ਤੋਂ ਸਿਵਾ ਕੁਛ ਨਹੀਂ ਰਹਿ ਜਾਣਾ। ਇਸ ਲਈ ਗੁਰੂ ਸਾਹਿਬ ਮਹਾਰਾਜ ਸਮਝਾਉਂਦੇ ਨੇ, ਗੁਰੂ ਨਾਨਕ ਸਾਹਿਬ ਜੀਵ ਇਸਤਰੀ ਨੂੰ ਸਮਝਾਉਂਦਿਆਂ ਹੋਇਆਂ ਕਹਿ ਰਹੇ ਨੇ, ਕਹਿਣ ਲੱਗੇ ਧਿਆਨ ਰੱਖ, ਕਾਮਣ ਕਾਮ ਨਾ ਆਵਈ। ਜੇ ਤੇਰੇ ਪੱਲੇ ਕੋਈ ਚੰਗੇ ਗੁਣ ਨਾ ਹੋਏ, ਖੋਟੀ ਅੰਦਰੋਂ ਰਹਿ ਗਈ, ਅਵਗਣਿਆਰੀ ਰਹਿ ਗਈ, ਨਾ ਸੁਖ ਪਈਐ। ਪਈਐ ਦਾ ਅਰਥ ਪੇਕੇ ਘਰ, ਇਹ ਸੰਸਾਰ, ਸਹੁਰਾ ਪਰਮੇਸ਼ਵਰ ਦਾ ਘਰ, ਲੋਕ ਤੇ ਪਰਲੋਕ ਜਿਹਨੂੰ ਕਹਿੰਦੇ ਆ।
ਨਾ ਸਹੁਰੇ ਘਰ ਵਿੱਚ ਸੁੱਖ ਮਿਲਣਾ ਤੇ ਨਾ ਪੇਕੇ ਘਰ ਵਿੱਚ ਸੁੱਖ ਮਿਲਣਾ, ਕਿਉਂਕਿ ਝੂਠ ਜਲੀ ਵਿਕਾਰ, ਤੂੰ ਝੂਠ ਵਿੱਚ ਤੇ ਵਿਕਾਰਾਂ ਵਿੱਚ ਹੀ ਸੜਦੀ ਰਹੀ ਹੈ, ਇਸ ਲਈ ਨਿਕੰਮਾ ਹੋ ਗਿਆ ਤੇਰਾ ਜੀਵਨ। ਇਹ ਨਿਕੰਮਾ ਜੀਵਨ ਨਾ ਤੇਰੇ ਪੇਕੇ ਘਰ ਕੰਮ ਆਉਣਾ, ਨਾ ਸਹੁਰੇ ਘਰ ਕੰਮ ਆਉਣਾ, ਨਿਕੰਮਾ ਹੋ ਗਿਆ, ਇਹ ਕਿਸੇ ਕੰਮ ਦਾ ਨਹੀਂ ਰਿਹਾ। ਆਵਣ ਵੰਜਣ ਡਾਖੜੋ, ਫਿਰ ਆਉਂਦਿਆਂ ਜਾਂਦਿਆਂ ਦੁੱਖ ਸਹਿਣੇ ਪੈਂਦੇ ਆ। ਫਿਰ ਆਉਣ ਜਾਣ ਦੇ ਵਿੱਚ ਕੀ ਹੈ, ਦੁੱਖ ਤੋਂ ਸਿਵਾ ਹੋਰ ਕੁਛ ਨਹੀਂ ਹੈ। ਆਵਣ ਵੰਜਣ ਡਾਖੜੋ, ਛੋਡੀ ਕੰਤ ਵਿਸਾਰ, ਤੇ ਕੰਤ ਨੇ ਵੀ ਛੱਡ ਦਿੱਤੀ ਵੀ ਇਹਦੇ ਪੱਲੇ ਹੈ ਤਾਂ ਹੈ ਨਹੀਂ, ਨਕੰਮੀ ਹੈ ਇਹ ਕਿਸੇ ਕੰਮ ਦੀ ਨਹੀਂ ਹੈ, ਚੰਗਾ ਗੁਣ ਨਹੀਂ ਇਹਦੇ ਵਿੱਚ। ਸੁੰਦਰਤਾ ਨੂੰ ਕੀ ਕਰਨਾ ਹੈ, ਖੂਬਸੂਰਤੀ ਨੂੰ, ਬਾਹਰ ਦੇ ਹਾਰ ਸ਼ਿੰਗਾਰ ਨੂੰ ਕੀ ਕਰਨਾ ਹੈ, ਜੇ ਇਹਦੇ ਵਿੱਚ ਚੰਗਾ ਗੁਣ ਹੀ ਨਹੀਂ ਹੈ, ਜੇ ਚੰਗੇ ਆਚਰਣ ਵਾਲੀ ਨਹੀਂ ਹੈ, ਜੇ ਇਹ ਚੰਗੀ ਸੋਚ ਵਾਲੀ ਹੋਈ ਨਹੀਂ ਹੈ, ਤੇ ਫਿਰ ਕੀ ਹੋਇਆ, ਕੰਤ ਨੇ ਵੀ ਛੱਡ ਦਿੱਤਾ। ਤੇ ਜਦੋਂ ਕੰਤ ਨੇ ਵੀ ਛੱਡ ਦਿੱਤਾ ਤੇ ਫਿਰ ਕੀ ਹੋਇਆ, ਡਾਖੜੋ, ਫਿਰ ਦੁੱਖ ਤੋਂ ਸਿਵਾ ਕੁਛ ਵੀ ਨਹੀਂ ਪੱਲੇ, ਫਿਰ ਸਾਰੀ ਜ਼ਿੰਦਗੀ ਰੋਣ ਤੋਂ ਸਿਵਾ ਕੁਛ ਵੀ ਨਹੀਂ ਹੈ, ਬਸ ਆਉਣਾ ਜਾਣਾ ਆਵਾਗਮਨ ਬਣ ਕੇ ਤੇ ਦੁੱਖ ਹੀ ਭੋਗਣਾ ਪੈਣਾ ਹੈ। ਕਿਹਨੂੰ, ਇਸ ਜਿੰਦ ਨੂੰ। ਇਸ ਲਈ ਸਾਨੂੰ ਇਹ ਗੁਰਦੁਆਰਾ ਇਸੇ ਲਈ ਦਿੱਤਾ ਵੀ ਗੁਰਦੁਆਰੇ ਆਓ, ਇੱਥੇ ਸੋਝੀ ਮਿਲੇਗੀ ਤੁਹਾਨੂੰ ਕਿ ਕੁਚੱਜੀ ਤੋਂ ਸਚੱਜੀ ਕਿਵੇਂ ਹੋਣਾ ਹੈ, ਅਸੀਂ ਦੁਹਾਗਣ ਤੋਂ ਸੁਹਾਗਣ ਕਿਵੇਂ ਬਣ ਸਕਦੀਆਂ, ਕਿਉਂਕਿ ਗੁਰੂ ਉਹ ਪਾਰਸ ਹੈ ਜਿਹੜਾ ਸਾਨੂੰ ਗਲਿਆਂ ਸੜਿਆਂ ਨਿਕੰਮਿਆਂ ਨੂੰ ਫਿਰ ਕੰਮ ਵਾਲਾ ਬਣਾ ਦਿੰਦਾ ਹੈ। ਅਸੀਂ ਜਿੰਨੇ ਮਰਜ਼ੀ ਨਿਕੰਮੇ ਹੋਈਏ, ਜਿੰਨੇ ਮਰਜ਼ੀ ਅਵਗੁਣਾਂ ਨਾਲ ਭਰੇ, ਬੁਰਾਈਆਂ ਨਾਲ, ਗੰਦਗੀ ਨਾਲ ਭਰੇ ਹੋਈਏ, ਸਤਿਗੁਰੂ ਕਹਿੰਦੇ ਤੂੰ ਆ ਕੇ ਸ਼ਬਦ ਨਾਲ ਜੁੜ, ਸਾਰੀ ਮਲ ਧੁੱਪ ਜਾਏਗੀ ਤੇਰੀ। ਬੜੇ ਬੜੇ ਪਾਪੀ, ਬੜੇ ਬੜੇ ਅਪਰਾਧੀ ਵੀ ਜਿਹੜੇ ਨੇ ਖੋਟੇ ਖਰੇ ਹੋ ਕੇ ਗਏ ਨੇ ਦੁਨੀਆ ਤੋਂ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ, ਉਦਰਿਓ ਗਣਕਾ ਹੂੰ ਗਤ ਪਾਈ। ਉਹਨੂੰ ਪਾਪਣ ਕਹਿੰਦੇ ਸਨ ਸਾਰੀ ਦੁਨੀਆ ਦੇ ਲੋਕ, ਪਰ ਉਹ ਵੀ ਆਪਣੀ ਗਤੀ ਕਰਵਾ ਗਈ, ਉਹ ਵੀ ਆਪਣੇ ਸਹੁਰੇ ਘਰ ਢੋਈ ਬਣਾ ਗਈ, ਕਿਉਂਕਿ ਉਹਨੇ ਆਪਣੇ ਅੰਦਰ ਦੇ ਪਾਪ ਧੋ ਲਏ। ਸਾਡੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਇਹਨੇ ਮੁੱਕ ਜਾਣਾ, ਇਸ ਲਈ ਜ਼ਿੰਦਗੀ ਨੂੰ ਅੱਜ ਸਵਾਰਨ ਦੀ ਕੋਸ਼ਿਸ਼ ਕਰੋ, ਕੱਲ ਤੇ ਨਾ ਛੱਡੋ। ਅਸੀਂ ਕੱਲ ਤੇ ਛੱਡ ਦਈਏ ਤੇ ਅੱਜ ਸਾਡੀ ਜ਼ਿੰਦਗੀ ਦਾ ਆਖਰੀ ਸਾਹ ਨਿਕਲ ਜਾਏ ਤੇ ਅਸੀਂ ਤੇ ਦੁਹਾਗਣ ਰਹਿ ਗਏ ਨਾ। ਕਿ ਜੀਵ ਇਸਤਰੀ ਤਾਂ ਅੰਦਰੋਂ ਕੁਚੱਜੀ ਰਹਿ ਗਈ, ਤੇ ਜੇ ਅੰਦਰੋਂ ਕੁਚੱਜੀ ਰਹਿ ਗਈ ਤੇ ਮਾਲਕ ਦੇ ਘਰ ਅੱਗੋਂ ਥਾਂ ਕੋਈ ਨਹੀਂ ਮਿਲਣੀ। ਫਿਰ ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਆਵਣ ਵੰਜਣ ਡਾਖੜੋ, ਛੋਡੀ ਕੰਤ ਵਿਸਾਰ। ਜਿਹਨੂੰ ਕੰਤ ਨੇ ਵੀ ਛੱਡ ਦਿੱਤਾ, ਵੀ ਤੈਨੂੰ ਬਾਣੀ ਦਿੱਤੀ ਸੀ, ਤੈਨੂੰ ਆ ਸ਼ਬਦ ਦਿੱਤਾ ਸੀ, ਤੈਨੂੰ ਗੁਰੂ ਦਾ ਆਸਰਾ ਦਿੱਤਾ ਸੀ, ਫਿਰ ਤੂੰ ਕੁਚੱਜੀ ਬਣ ਕੇ ਜਿਉਂਦੀ ਰਹੀ, ਫਿਰ ਤੂੰ ਦੁਹਾਗਣ ਬਣ ਕੇ ਭਟਕਦੀ ਰਹੀ, ਕਦੀ ਮੜੀਆਂ, ਕਦੇ ਮਸਾਣਾ ਤੇ ਕਦੀ ਦੇਹ ਧਾਰੀਆਂ ਵੱਲ। ਤੂੰ ਫਿਰ ਆ ਜਿਹੜੇ ਕਰਮ ਕਾਂਡਾਂ ਵਿੱਚ ਹੀ ਫਸੀ ਰਹੀ। ਫਿਰ ਕੰਤ ਨੇ ਵੀ ਛੱਡ ਦੇਣਾ, ਕਿਉਂਕਿ ਮੌਕਾ ਦਿੱਤਾ ਸੀ ਇੱਕ, ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆਂ ਅਵਰ ਕਾਜ, ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਮੌਕਾ ਦਿੱਤਾ ਸੀ, ਤੇ ਜੇ ਮੌਕਾ ਗਵਾ ਲਿਆ ਤੇ ਕੰਤ ਨੇ ਕਹਿਣਾ ਫਿਰ ਤੁਰੀ ਰਹਿ। ਹੁਣ ਬੜੀ ਬਰੀਕੀ ਨਾਲ ਗੁਰੂ ਨਾਨਕ ਸਾਹਿਬ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ। ਸਾਹਿਬ ਜੀ ਕਹਿੰਦੇ, ਕਾਮਣ ਕਾਮ ਨਾ ਆਵਈ, ਖੋਟੀ ਅਵਗਣਿਆਰ, ਨਾ ਸੁਖ ਪਈਐ ਸਹੁਰੈ, ਝੂਠ ਜਲੀ ਵਿਕਾਰ, ਆਵਣ ਵੰਜਣ ਡਾਖਰੋ, ਛੋਡੀ ਕੰਤ ਵਿਸਾਰ। ਤੇ ਜੇ ਕੰਤ ਨੇ ਵੀ ਸਾਨੂੰ ਛੱਡ ਦਿੱਤਾ, ਫਿਰ ਨਾ ਪੇਕੇ ਘਰ ਚੋਂ ਪਾਵੇ ਸੰਸਾਰ ਚੋਂ ਇੱਜ਼ਤ ਮਿਲਣੀ ਹੈ, ਤੇ ਨਾ ਮਾਲਕ ਦੇ ਘਰ ਵਿੱਚੋਂ, ਕਿਉਂਕਿ ਨਿਕੰਮਿਆਂ ਨੂੰ ਨਾ ਲੋਕ ਵਿੱਚ ਸੁੱਖ ਨਾ ਪਰਲੋਕ ਵਿੱਚ ਸੁੱਖ ਮਿਲਣਾ। ਇਸ ਲਈ ਸਾਹਿਬ ਕਹਿੰਦੇ, ਮੁੰਡੇ ਗੁਣਹੀਣੀ ਸੁੱਖ ਕੇ, ਗੁਣਾ ਤੋਂ ਹੀਣੀ ਰਹਿ ਕੇ ਕਿਹੜੇ ਸੁੱਖ ਤੂੰ ਭੋਗਦੀ ਪਈਆਂ।
ਇਹ ਸੁਖ ਤੇਰੇ ਲਈ ਦੁਖਦਾਈ ਹੋ ਜਾਵਣਗੇ। ਫਿਰ ਕੀ ਨਾਰ ਸੁਹਾਵਣੀ ਮੁਤੀ ਸੋ ਕਿਤ ਸਾਧ। ਫਿਰ ਕੈ ਕਾਮਨਾ ਆਵਈ ਬੋਲੇ ਫਾਜ਼ਲ ਬਾਦ। ਦਰ ਘਰ ਟੋਈ ਨਾ ਲਹੈ ਛੂਟੀ ਦੂਜੈ ਸਾਧ। ਫਿਰ ਗੁਰੂ ਸਾਹਿਬ ਜੀ ਨੇ ਪੰਜਵੇਂ ਪਦੇ ਵਿੱਚ ਕਿਰਪਾ ਕੀਤੀ। ਕਹਿੰਦੇ ਪਿਰ ਕੀ ਨਾਰ ਸੁਹਾਵਣੀ। ਨਾਰ ਦਾ ਅਰਥ ਹੈ ਇਸਤਰੀ। ਜਿਹੜੀ ਜੀਵ ਇਸਤਰੀ ਆਪਣੇ ਪਿਰ ਪਿਆਰੇ ਨਾਲ, ਖਸਮ ਪਰਮਾਤਮਾ ਦੇ ਨਾਲ ਜਿਹੜੀ ਜੁੜ ਗਈ, ਉਹ ਤਾਂ ਸੁਹਾਵਣੀ ਹੋ ਗਈ, ਉਹ ਤਾਂ ਸੋਹਣੀ ਹੋ ਗਈ, ਉਹਦਾ ਜੀਵਨ ਸੋਹਣਾ ਹੋ ਗਿਆ। ਜ਼ਰੂਰੀ ਨਹੀਂ ਕਿ ਹੱਥ ਦੇ ਵਿੱਚ ਸੁਹਾਗ ਦਾ ਚੂੜਾ ਪਾ ਕੇ ਹੀ ਸੁਹਾਗਣ ਹੋਇਆ ਜਾਣਾ। ਸੁਹਾਗਣ ਦਾ ਅਰਥ ਹੁੰਦਾ ਅੰਦਰ ਗੁਣ ਚੰਗੇ ਹੋਣੇ ਚਾਹੀਦੇ ਆ, ਅੰਦਰ ਸੋਚ ਵਿਚਾਰ ਚੰਗੀ ਹੋਣੀ ਚਾਹੀਦੀ ਹੈ, ਆਚਰਣ ਚੰਗਾ ਹੋਣਾ ਚਾਹੀਦਾ ਹੈ। ਜਿਹਨੇ ਕਹਿੰਦੇ ਨੇ ਪਿਰ ਕੀ ਨਾਰ, ਆ ਜਿਹੜੀ ਜੀਵ ਇਸਤਰੀ ਹੈ ਇਹ ਨਾਰ ਕਿਹਦੀ ਹੈ? ਇਹ ਹੈ ਤਾਂ ਪਿਆਰੇ ਦੀ ਹੈ, ਪਰ ਇਹਨੂੰ ਮਾਇਆ ਨੇ ਮੋਹ ਕੇ ਹੋਰ ਪਾਸੇ ਲਾ ਲਿਆ, ਗੱਲ ਵੱਖਰੀ ਹੈ, ਪਰ ਇਹ ਹੈ ਪਰਮੇਸ਼ਵਰ ਦੀ ਹੋਈ ਹੈ। ਜਿਹੜੀ ਪਿਰ ਕੀ ਨਾਰ ਹੈ, ਜਿਹੜੀ ਤਾਂ ਸ਼ਬਦ ਨੇ ਅੰਦਰੋਂ ਸਵਾਰ ਦਿੱਤਾ, ਉਹ ਤਾਂ ਸੁਹਾਵਣੀ ਹੋ ਗਈ, ਉਹ ਤੇ ਸ਼ੁਭ ਗੁਣਾਂ ਨਾਲ ਭਰਪੂਰ ਹੋ ਗਈ। ਪਰ ਮੁੱਤੀ ਸੋ ਕਿਤ ਸਾਧ, ਜਿਹੜੀ ਮੁੱਤੀ ਦਾ ਅਰਥ ਹੈ ਪਰਮੇਸ਼ਵਰ ਨਾਲੋਂ, ਜਿਹਨੇ ਮੁੱਖ ਮੋੜ ਕੇ ਸੰਸਾਰ ਨਾਲ ਜੋੜ ਲਿਆ, ਉਹਨੂੰ ਪੁੱਛਿਆ ਵੀ ਕਿਹੜੇ ਸਵਾਦਾਂ ਵਿੱਚ ਪੈ ਕੇ ਤੂੰ ਪਰਮੇਸ਼ਵਰ ਦਾ ਪੱਲਾ ਛੱਡ ਦਿੱਤਾ। ਜਿਹੜੇ ਆ ਤੂੰ ਸਵਾਦ, ਸਾਧ ਦਾ ਅਰਥ ਹੁੰਦਾ ਸਵਾਦ, ਕਿਹੜੇ ਸਵਾਦਾਂ ਵਿੱਚ ਪੈ ਕੇ ਤੂੰ ਪਿਆਰੇ ਦਾ ਦਰ ਛੱਡ ਦਿੱਤਾ। ਇੱਕ ਸਵਾਦਾਂ ਦੇ ਅਧੀਨ ਹੋ ਕੇ ਤੂੰ ਪਰਮੇਸ਼ਵਰ ਨੂੰ ਦਾ ਪੱਲਾ ਛੱਡ ਕੇ ਤੂੰ ਦੁਹਾਗਣ ਜਿਹੜੀ ਆ ਉਹ ਬਣ ਕੇ ਜੀ ਰਹੀ ਆ, ਕਿ ਇਹਨਾਂ ਸਵਾਦਾਂ ਨੇ ਤੇਰੀ ਜ਼ਿੰਦਗੀ ਸਵਾਰ ਦੇਣੀ ਹੈ। ਜਿਹੜੇ ਇਹ ਇੰਦਰੀਆਂ ਦੇ ਰਾਹੀਂ ਸਵਾਦ, ਅੱਖਾਂ ਦਾ ਸਵਾਦ, ਕੰਨਾਂ ਦਾ ਸਵਾਦ, ਜੀਭ ਦਾ ਸਵਾਦ, ਇੰਦਰੀਆਂ ਦਾ, ਕਿ ਇਹਨੇ ਸਾਡੀ ਜ਼ਿੰਦਗੀ ਸਵਾਰ ਦੇਣੀ ਹੈ। ਜਿੰਨੇ ਇਹ ਸਵਾਦ ਸਾਨੂੰ ਮਿੱਠੇ ਲੱਗ ਰਹੇ ਆ ਨਾ, ਅੱਖਾਂ ਕਰਕੇ, ਕੰਨਾਂ ਕਰਕੇ, ਜ਼ੁਬਾਨ ਕਰਕੇ, ਇਹ ਜਿੰਨੇ, ਜ਼ਰੂਰੀ ਨਹੀਂ ਵੀ ਜਿਹੜੇ ਖਾਣ ਵਾਲੇ ਪਦਾਰਥ ਨੇ ਉਹਨਾਂ ਦਾ ਸਵਾਦ, ਆ ਜਿਹੜੇ ਵਿਕਾਰਾਂ ਦਾ ਸਵਾਦ ਲੈ ਰਹੀ ਹੈ ਨਾ ਜੀਵ ਇਸਤਰੀ, ਕਹਿਣ ਲੱਗੇ ਇਹਨਾਂ ਇਹ ਮਿੱਠੇ ਬੜੇ ਲੱਗ ਰਹੇ ਨੇ। ਪਹਿਲੇ ਪਹਿਲ ਤੇ ਜ਼ਹਿਰ ਵੀ ਸਵਾਦ ਲੱਗੇਗੀ, ਪਰ ਪਤਾ ਤੇ ਬਾਅਦ ਚ ਲੱਗਣਾ ਉਹਦਾ ਅਸਰ ਕੀ ਹੁੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਇਹ ਜੀਵ ਇਸਤਰੀਏ, ਆ ਮਿੱਠੇ ਪਦਾਰਥਾਂ ਦੇ ਵਿੱਚ ਤੂੰ ਸਵਾਦਾਂ ਵਿੱਚ ਪੈ ਕੇ ਆਪਣੇ ਪਿਆਰੇ ਦਾ ਦਰ ਛੱਡ ਦਿੱਤਾ, ਆਪਣੇ ਪਿਰ ਨੂੰ ਛੱਡ ਦਿੱਤਾ, ਤੂੰ ਮੁੱਤੀ ਗਈ। ਪਰ ਇਹ ਸਵਾਦ ਜਿਹੜੇ ਤੈਨੂੰ ਅੱਜ ਚੰਗੇ ਲੱਗ ਰਹੇ, ਇਹ ਤਾਂ ਤੇਰੇ ਰੋਗ ਬਣ ਜਾਣੇ ਆ, ਇਹ ਸਵਾਦ ਤੇਰੇ ਲਈ ਦੁਖਦਾਈ ਹੋ ਜਾਣੇ ਆ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇੱਕ ਜ਼ਿਕਰ ਕੀਤਾ, ਸਾਹਿਬ ਕਹਿੰਦੇ 10 ਨਾਰ ਇੱਕ ਪੁਰਖ ਦਸੇ ਸਾਧ ਲੁਬਾਣੀ। ਨਾਰ ਦਾ ਅਰਥ ਇਸਤਰੀਆਂ, 10 ਇਸਤਰੀਆਂ ਕਿਹੜੀਆਂ ਨੇ, ਇੱਕ ਪੁਰਖ ਕਿਹੜਾ ਹੈ? 10 ਨਾਰ ਇੱਕ ਪੁਰਖ। ਪੁਰਖ ਹੈ ਸਾਡਾ ਮਨ, ਤੇ ਨਾਰ ਨੇ 5 ਗਿਆਨ ਇੰਦਰੇ ਤੇ 5 ਕਰਮ ਇੰਦਰੇ, ਇਹ ਇੰਦਰੀਆਂ ਨੇ, ਇਹ 10 ਇਸਤਰੀਆਂ ਨੇ। ਕਹਿੰਦੇ 10 ਨਾਰ ਇੱਕ ਪੁਰਖ ਦਸੇ ਸਾਧ ਲੁਬਾਣੀਆਂ। ਇਹ ਦਸੇ ਹੀ ਸਵਾਦ ਵਿੱਚ ਲੁਭਾਏ ਮਨ ਹੋਈਆਂ ਪਈਆਂ, ਕਰਮ ਇੰਦਰੇ ਤੇ ਗਿਆਨ ਇੰਦਰੇ, ਇਹ ਦਸੇ ਦੀਆਂ 10 ਇਸਤਰੀਆਂ ਹੀ ਸਵਾਦਾਂ ਵਿੱਚ ਪਈਆਂ ਹੋਈਆਂ। ਇਹਨਾਂ ਨੂੰ ਨਾਮ ਦਾ ਸਵਾਦ ਕਿੱਥੇ ਚੰਗਾ ਲੱਗਣਾ, ਇਹਨਾਂ ਨੂੰ ਨਾਮ ਦਾ ਰਸ ਕਿੱਥੇ ਚੰਗਾ ਲੱਗਣਾ। ਕਹਿਣ ਲੱਗੀ ਕਿਹੜੇ ਸਵਾਦਾਂ ਵਿੱਚ ਪੈ ਕੇ ਤੂੰ ਮਾਲਕ ਦਾ ਦਰ ਛੱਡ ਦਿੱਤਾ। ਪਿਰ ਕੀ ਨਾਰ ਸੁਹਾਵਣੀ, ਉਹ ਸੁਹਾਵਣੀਆਂ ਨੇ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਨਾਮ ਵਿੱਚੋਂ ਸਵਾਦ ਆਉਂਦਾ ਹੈ। ਪਰ ਨਹੀਂ ਤਾਂ ਮੁੱਤੀ ਸੋ ਕਿਤ ਸਾਧ, ਜਿਹੜੀਆਂ ਪਰਮੇਸ਼ਵਰ ਦੇ ਦਰ ਤੋਂ ਛੱਡੀਆਂ ਗਈਆਂ, ਛੋਡੀ ਕੰਤ ਵਿਸਾਰ। ਕਹਿੰਦੇ ਸੋ ਕਿਤ ਸਾਧ, ਕਿਹੜੇ ਐਸੇ ਸਵਾਦ ਨੇ ਜਿਹਦੇ ਕਰਕੇ ਤੂੰ ਮਾਲਕ ਦੇ ਦਰ ਤੋਂ ਵੀ ਛੱਡੀ ਗਈ, ਮਾਲਕ ਦੇ ਦਰ ਤੇ ਵੀ ਤੈਨੂੰ ਢੋਈ ਕੋਈ ਨਾ ਮਿਲੀ। ਪਿਰ ਕੈ ਕਾਮ ਨ ਆਵਈ, ਉਹ ਪਿਆਰੇ ਦੇ ਕੰਮ ਨਹੀਂ ਆਈ,
ਕਿਉਂਕਿ ਉਹਦੇ ਪੱਲੇ ਗੁਣ ਨਹੀਂ ਸੀ ਤੇ ਮਾਲਕ ਕਹਿੰਦੇ ਮੈਂ ਤੈਨੂੰ ਕੀ ਕਰਨਾ, ਤੇਰੇ ਪੱਲੇ ਗੁਣ ਤਾਂ ਹੈ ਹੀ ਕੋਈ ਨਹੀਂ, ਮੈਂ ਨਿਕੰਮੀ ਨੂੰ ਕੀ ਕਰਨਾ। ਕਹਿੰਦੇ ਉਹ ਕੰਮ ਨਹੀਂ ਆਈ ਤੇ ਮਾਲਕ ਦੇ ਦਰ ਤੋਂ ਜਦੋਂ ਉਹਨੂੰ ਛੱਡਿਆ, ਬੋਲੇ ਫਾਦਿਲ ਬਾਦ, ਉਹ ਫਿਰ ਫਜ਼ੂਲ ਬੋਲਦੀ ਹੈ, ਆਪਣੇ ਅਵਗਣ ਨਹੀਂ ਫਰੋਲਦੀ, ਆਪਣੇ ਅੰਦਰ ਝਾਤੀ ਨਹੀਂ ਮਾਰਦੀ, ਫਰੋਲਦੀ ਨਹੀਂ ਆਪਣੇ ਆਪ ਨੂੰ, ਸਗੋਂ ਉਹ ਫਿਰ ਕਹਿੰਦੇ ਨੇ ਫਜ਼ੂਲ ਬੋਲਦੀ ਹੈ, ਕਬੋਲ ਬੋਲਦੀ ਹੈ। ਉਹ ਦੋਸ਼ ਆਪਣੇ ਆਪ ਨੂੰ ਨਹੀਂ ਦਿੰਦੀ, ਦੋਸ਼ ਮਾਲਕ ਨੂੰ ਦਿੰਦੀ ਹੈ ਵੀ ਮੈਨੂੰ ਇਹਨਾਂ ਨੇ ਆਪਣੇ ਦਰ ਤੇ ਰੱਖਿਆ ਨਹੀਂ। ਉਹ ਆਪਣੇ ਗਰੀਵਾਨ ਵਿੱਚ ਝਾਤੀ ਨਹੀਂ ਮਾਰਦੀ। ਫਿਰ ਬੋਲੇ ਫਾਦਲ ਬਾਦ, ਉਹ ਝਗੜੇ ਵਾਲੇ ਬੋਲ ਬੋਲਦੀ ਹੈ, ਵਿਕਾਰਾਂ ਵਾਲੇ ਜਿਹੜੇ ਨੇ ਉਹ ਫਿਰ ਬੋਲ ਬੋਲਦੀ ਹੈ। ਉਹਨੇ ਦੇਖਿਆ ਨਹੀਂ ਵੀ ਮੇਰੀ ਗਲਤੀ ਹੈ, ਵੀ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਮੈਂ ਦੋਸ਼ ਕਿਹਨੂੰ ਦਿਆਂ, ਜੋ ਮੇਰੇ ਅੰਦਰ ਗੁਣ ਅਵਗਣ ਸੀ, ਬੁਰਾਈਆਂ ਸੀ, ਜੋ ਮੈਂ ਕੀਤੇ ਕੰਮ ਉਹੀ ਮੈਨੂੰ ਫਲ ਮਿਲਿਆ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਆਪਣੇ ਪਿਆਰੇ ਦੇ ਕੰਮ ਨਾ ਆਈ, ਔਰ ਜਦੋਂ ਉਹਨੇ ਛੱਡਿਆ ਤੇ ਬੋਲਦੀ ਹੈ ਫਜ਼ੂਲ, ਔਰ ਭੈੜੇ ਭੈੜੇ ਬੋਲ ਇਹਦੇ ਮੁਖ ਵਿੱਚੋਂ ਦੀ ਨਿਕਲਦੇ ਆ। ਦਰ ਘਰ ਢੋਈ ਨਾ ਲਹੈ, ਨਾ ਉਹਨੂੰ ਦਰ ਉੱਤੇ ਤੇ ਨਾ ਘਰ ਦੇ ਵਿੱਚ ਢੋਈ ਮਿਲਦੀ ਹੈ। ਦਰ ਦੇ ਰਾਰੇ ਨੂੰ ਸਿਹਾਰੀ ਦਰ ਉੱਤੇ, ਦਰ ਮੈਨੇ ਦਰਵਾਜ਼ਾ, ਘਰ ਦੇ ਰਾਰੇ ਨੂੰ ਸਿਹਾਰੀ ਹੈ ਘਰ ਵਿੱਚ। ਕਹਿੰਦੇ ਨਾ ਉਹਨੂੰ ਦਰ ਉੱਤੇ ਥਾਂ ਮਿਲਦੀ ਹੈ ਤੇ ਨਾ ਘਰ ਦੇ ਵਿੱਚ ਉਹਨੂੰ ਢੋਈ ਮਿਲਦੀ ਹੈ। ਦਰ ਘਰ ਢੋਈ ਨਾ ਲਹੈ, ਛੁੱਟੀ ਦੂਜੈ ਸਾਧ। ਆ ਜਿਹੜੇ ਦੂਜੇ ਸਵਾਦ ਲੱਗ ਗਏ ਸਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਰਕੇ, ਅੱਖਾਂ ਨੂੰ ਸਵਾਦ ਲੱਗ ਗਿਆ, ਕੰਨਾਂ ਨੂੰ ਸਵਾਦ ਲੱਗ ਗਿਆ, ਜੀਭ ਨੂੰ ਸਵਾਦ ਲੱਗ ਗਿਆ। ਇਹ ਇੰਦਰੀਆਂ ਨੂੰ ਜਿਹੜੀਆਂ 10 ਇੰਦਰੀਆਂ ਜਿਹੜੀਆਂ ਨੇ ਸਵਾਦਾਂ ਵਿੱਚ ਲੁਭਾਏਮਾਨ ਹੋ ਗਈਆਂ। ਸਾਹਿਬ ਕਹਿੰਦੇ ਆ ਜਿਹੜੇ ਦੂਜੇ ਸਵਾਦ ਨੇ ਨਾ ਮਾਇਆਵੀ ਸੰਸਾਰ ਦੇ, ਇਹਨਾਂ ਸਵਾਦਾਂ ਕਰਕੇ ਹੀ ਛੁੱਟੀ ਤੈਨੂੰ ਮਾਲਕ ਨੇ ਆਪਣੇ ਦਰ ਤੋਂ ਛੱਡ ਦਿੱਤਾ, ਜਿਹਨੂੰ ਆਪਾਂ ਕਹਿੰਦੇ ਵੀ ਇਹ ਛੁੱਟੜ ਹੈ ਸਿੱਧੇ ਸ਼ਬਦਾਂ ਵਿੱਚ। ਜਾਂ ਰੋਜ਼ ਤੁਸੀਂ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਹੋ, ਬਾਣੀ ਸੁਣਦੇ ਹੋ, ਉਹਦੇ ਵਿੱਚ ਮਹਾਰਾਜ ਨੇ ਕਿਹਾ ਛੁੱਟੈ ਤਿਲ ਬੁਵਾੜ ਜਿਉਂ ਸੁੰਜੈ ਅੰਦਰ ਖੇਤ। ਕਿਹੜੇ ਸੁੰਜੇ ਪਏ ਨੇ ਖੇਤ ਵਿੱਚ, ਜਿਨ੍ਹਾਂ ਨੂੰ ਖੇਤਾਂ ਦੇ ਮਾਲਕ ਨੇ ਛੱਡ ਦਿੱਤਾ ਹੈ, ਛੁੱਟੜ ਛੱਡ ਦਿੱਤਾ। ਕਿਉਂ ਛੱਡ ਦਿੱਤਾ? ਤਿਲਾਂ ਦੇ ਜਿਹੜੇ ਬੂਟੇ ਸੀ ਸਾਰੇ ਮਾਲਕ ਇਕੱਠੇ ਕਰਕੇ ਲੈ ਗਿਆ, ਪਰ ਜਿਹੜੇ ਖੇਤਾਂ ਵਿੱਚ ਸੁੰਝੇ ਛੱਡ ਦਿੱਤੇ, ਉਹ ਕਿਉਂ ਛੱਡਤੇ? ਕਿਉਂਕਿ ਉਹ ਨਿਕੰਮੇ ਸਨ, ਉਹਨਾਂ ਵਿੱਚ ਕੋਈ ਰਸ ਨਹੀਂ ਸੀ, ਉਹਨਾਂ ਵਿੱਚ ਤਿਲ ਨਹੀਂ ਸੀ ਜੋ ਉਹਦੇ ਕੰਮ ਆਉਂਦੇ। ਇਸ ਲਈ ਛੁੱਟੈ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਫਿਰ ਉਹ ਸੁੰਝੇ ਪਏ ਰਹਿੰਦੇ ਆ। ਫਿਰ ਜਿਹੜਾ ਸੁੰਝਾ ਪਿਆ, ਜਿਹਦਾ ਮਾਲਕ ਖਸਮ ਹੀ ਕੋਈ ਨਹੀਂ, ਉਹਦੇ ਫਿਰ 100 ਖਸਮ ਬਣ ਜਾਂਦੇ ਆ, ਉਹਦੇ 100 ਮਾਲਕ ਬਣ ਜਾਂਦੇ ਆ। ਜਿਹਨੇ ਅਕਾਲ ਪੁਰਖ ਪਰਮੇਸ਼ਵਰ ਦਾ ਪੱਲਾ ਛੱਡ ਦਿੱਤਾ ਨਾ, ਸੱਚ ਜਾਣਿਓ, ਆ ਜਿੰਨੇ ਦੁਨੀਆ 'ਚ ਦੇਹ ਧਾਰੀ ਬਣ ਕੇ ਬੈਠੇ ਆ ਨਾ, ਸਾਰੇ ਹੀ ਉਹਦੇ ਮਾਲਕ ਬਣ ਜਾਂਦੇ ਆ। ਜਿੰਨੇ ਵੀ ਫਿਰ ਇਹ ਜੰਤਰ ਮੰਤਰ ਵਾਲੇ ਬੈਠੇ ਨੇ, ਜਿੰਨੇ ਵੀ ਇਹ ਕਰਮ ਕਾਂਡੀ ਬੈਠੇ ਨੇ, ਇਹ ਸਾਰੇ ਹੀ ਉਹਦੇ ਖਸਮ ਬਣ ਜਾਂਦੇ ਆ। ਕਿਉਂਕਿ ਉਹਨੂੰ ਫਿਰ ਆਪਣੇ ਮਾਲਕ ਦਾ ਹੀ ਦਰ ਛੱਡ ਦਿੱਤਾ। ਫਿਰ ਉਹਨੂੰ ਜਿੱਧਰ ਕੋਈ ਮਰਜ਼ੀ ਲਾ ਕੇ ਲੈ ਜਾਵੇ। ਫਿਰ ਉਹ ਕਦੀ ਕਿਸੇ ਦੇ ਦੇਹ ਧਾਰੀ ਤੇ ਬੈਠੀ ਨਜ਼ਰ ਆਊਗੀ, ਉਹ ਕਦੀ ਆਕਾਇਆ ਸਰੀਰ, ਉਹ ਕਦੀ ਕਿਸੇ ਮੜੀ ਤੇ, ਕਦੀ ਕਿਸੇ ਕਬਰ ਤੇ, ਕਦੀ ਕਿਸੇ ਕਰਮ ਕਾਂਡੀ ਦੇ। ਬਸ ਉਹਦੇ 100 ਨਾ 100 ਖਸਮ ਬਣ ਜਾਣਗੇ, ਜਿਹਨੇ ਆਪਣੇ ਅਸਲ ਮਾਲਕ ਨੂੰ ਛੱਡ ਦਿੱਤਾ। ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਪੱਲਾ ਨਹੀਂ ਛੱਡਣਾ, ਕਿਉਂਕਿ ਸਾਡੀ ਆ ਜੀਵ ਇਸਤਰੀ ਜਿੰਦ ਜਿਹੜੀ ਹੈ ਉਹ ਉਸ ਮਾਲਕ ਦੀ ਹੈ। ਇਹ ਜੀਵਨ ਉਸ ਮਾਲਕ ਨੇ ਦਿੱਤਾ ਹੋਇਆ ਹੈ ਸਾਨੂੰ। ਅਸੀਂ ਉਹਦਾ ਦਿੱਤਾ ਹੋਇਆ ਜੀਵਨ ਜੀ ਰਹੇ ਹਾਂ, ਅਸੀਂ ਉਹਦਾ ਦਿੱਤਾ ਖਾ ਰਹੇ ਹਾਂ ਤੇ ਸ਼ੁਕਰਾਨਾ ਸੰਸਾਰ ਦਾ ਕਰ ਰਹੇ ਹਾਂ। ਜਿਹਦਾ ਦਿੱਤਾ ਹੋਇਆ ਜੀਵਨ ਹੰਢਾ ਰਹੇ ਹਾਂ ਤੇ ਅਸੀਂ ਜੁੜੇ ਹੋਏ ਹਾਂ ਸੰਸਾਰ ਦੇ ਨਾਲ। ਮਹਾਰਾਜ ਕਹਿੰਦੇ ਫਿਰ ਕੀ ਹੋਏਗਾ? ਫਿਰ ਦਰ ਕਰ ਢੋਈ ਨਾ ਲਹੈ, ਛੁੱਟੀ ਦੂਜੇ ਸਾਧ। ਆ ਜਿਹੜੇ ਦੂਜੇ ਸਵਾਦਾਂ ਵਿੱਚ ਪੈ ਗਈ ਨਾ, ਫਿਰ ਇਹ ਛੁੱਟੜ ਭਾਵ ਇਹਨੂੰ ਮਾਲਕ ਨੇ ਵੀ ਛੱਡ ਦੇਣਾ। ਨਾ ਇਹ ਲੋਕ ਦੇ ਵਿੱਚ ਕੰਮ ਆਉਣੀ ਤੇ ਨਾ ਪਰਲੋਕ ਦੇ ਵਿੱਚ।
ਸਮੇਂ ਦੇ ਅਨੁਸਾਰ 5 ਪਦਿਆਂ ਤੱਕ ਦੀ ਵਿਚਾਰ ਹੀ ਆਪ ਜੀ ਪ੍ਰਵਾਨ ਕਰ ਲੈਣਾ ਔਰ ਸਮਝ ਲੈਣਾ ਕੀ ਗੁਰੂ ਨਾਨਕ ਜੀ ਸਾਨੂੰ ਸਮਝਾ ਰਹੇ ਆ। ਆਪਣੀ ਸੁਰਤ ਨੂੰ ਸਫ਼ਰ ਏ ਸ਼ਹਾਦਤ, ਉਹ ਸਫ਼ਰ ਜਿਹਦੇ ਵਿੱਚ ਸਾਨੂੰ ਸ਼ਹਾਦਤ ਹੀ ਸ਼ਹਾਦਤ ਮਿਲੇਗੀ। ਇਹ ਸਫ਼ਰ ਆਪਾਂ ਸਰੀਰ ਕਰਕੇ ਤਾਂ ਗੁਰੂ ਘਰ ਬੈਠੇ ਹਾਂ, ਪਰ ਇਹ ਸਫ਼ਰ ਆਪਾਂ ਸੁਰਤ ਕਰਕੇ ਕਰਨਾ ਹੈ। ਆਪਣੀ ਸੁਰਤ ਲੈ ਚੱਲੋ, ਬੈਠੋ ਇੱਥੇ ਹੀ ਸਰੀਰ ਕਰਕੇ, ਪਰ ਆਪਣੀ ਸੁਰਤ ਲੈ ਚੱਲੋ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਵੱਲ। ਉੱਥੋਂ ਫਿਰ ਆਪਣੀ ਸੁਰਤ ਲੈ ਕੇ ਆਪਾਂ ਠੰਡੇ ਬੁਰਜ ਤੱਕ ਜਾਣਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣਾ ਪਰਿਵਾਰ ਵਾਰ ਕੇ ਆਏ ਨੇ, ਆਪਣੇ ਸਾਹਿਬਜ਼ਾਦਿਆਂ ਨੂੰ ਅੱਖੀਂ ਸ਼ਹੀਦ ਹੁੰਦਿਆਂ ਵੇਖ ਕੇ ਆਏ ਨੇ। ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਹਿਬਜ਼ਾਦਿਆਂ ਦੇ ਸਰੀਰ ਮੈਦਾਨ ਵਿੱਚ ਛੱਡ ਕੇ ਆਏ ਨੇ। ਭਾਈ ਦਇਆ ਸਿੰਘ ਨੇ ਕਿਹਾ ਸੀ, ਮਹਾਰਾਜ ਆ ਦਸਤਾਰ ਲਾ ਕੇ 2 ਟੋਟੇ ਕਰਕੇ ਸਰੀਰ ਢੱਕਦੇ ਆ। ਮਹਾਰਾਜ ਕਹਿੰਦੇ ਨਹੀਂ, ਕਿਹੜੇ ਮੋਹ ਵਿੱਚ ਫਸਦਾ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਨੀ ਖਾਨ ਨਬੀ ਖਾਨ ਦੇ ਘਰ ਆਉਂਦੇ ਆ, ਜਿਹੜੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਕੇ ਆਏ ਆ, ਇੱਥੇ ਆ ਕੇ ਪੁੱਤਰਾਂ ਦੀ ਦਾਤਾਂ ਵੰਡਦੇ ਪਏ ਆ। ਜਿਹੜਾ ਲਲਾਰੀ ਸੀ ਨਾ, ਲਲਾਰੀ ਰਾਤ ਵੀ ਜ਼ਿਕਰ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਇਸ ਪਾਸੇ ਹੀ ਕਿਉਂ ਆਏ ਹੋ, ਕਿਸੇ ਹੋਰ ਪਾਸੇ ਨੂੰ ਕਿਉਂ ਨਹੀਂ ਗਏ? ਕਿਉਂਕਿ ਇੱਥੇ 2 ਪਿਆਰ ਵਾਲੀਆਂ ਰੂਹਾਂ ਸੀ ਜਿਹੜੀਆਂ ਅਰਦਾਸ ਕਰ ਰਹੀਆਂ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਤੇ ਇੱਥੋਂ ਲੰਘਿਓ ਤੇ ਸਾਡੇ ਤੇ ਕਿਰਪਾ ਕਰਦੇ ਜਾਇਓ। ਉਹ ਮਾਈ ਹਰਦਈ ਜਿਹਨੇ ਉਹ ਚੋਲਾ ਕੱਪੜਾ ਬਣਾ ਕੇ ਰੱਖਿਆ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਤੁਸੀਂ ਆਓਗੇ ਮੈਂ ਇਹ ਬਸਤਰ ਤੁਹਾਨੂੰ ਭੇਟ ਕਰਾਂਗੀ। ਉਹਦੀ ਭਾਵਨਾ ਨੂੰ ਸਾਹਿਬ ਜੀ ਨੇ ਫਲ ਲਾਇਆ ਆ ਕੇ। ਤੇ ਜਿਹਨੇ ਉਹ ਲਲਾਰੀ ਨੇ ਕੱਪੜਾ ਰੰਗਿਆ ਸੀ, ਉਹਨੇ ਆਖਿਆ ਸੀ ਮੈਨੂੰ ਸਮਝ ਆ ਗਈ ਵੀ ਇਹ ਕੌਣ ਹੈ, ਇਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਇਹ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਹੈ। ਤੇ ਮੈਂ ਸਤਿਗੁਰੂ ਮਹਾਰਾਜ ਸਤਿਗੁਰੂ ਕੋਲੋਂ ਕੀ ਜਿਹੜਾ ਇਹ ਰੰਗਾਉਣ ਦਾ ਪੈਸਾ ਕਿਵੇਂ ਮੰਗ ਸਕਦਾ? ਮੈਂ ਤੇ ਇਹਨਾਂ ਕੋਲੋਂ ਔਲਾਦ ਦੀ ਦਾਤ ਮੰਗਣੀ ਹੈ। ਮੇਰੇ ਘਰ ਵਿੱਚ ਸੰਤਾਨ ਨਹੀਂ, ਤੇ ਮੈਂ ਬੇਨਤੀ ਇਹ ਕਰਾਂਗਾ ਮਹਾਰਾਜ ਜੀ, ਜੇ ਮੇਰੀ ਝੋਲੀ ਵਿੱਚ ਕੁਝ ਪਾਉਣਾ ਤੇ ਸੰਤਾਨ ਔਲਾਦ ਦੀ ਦਾਤ ਪਾ ਦਿਓ। ਤੇ ਗੁਰੂ ਮਹਾਰਾਜ ਜੀ ਉਹਨੂੰ ਨਵਾਜਦੇ ਪਏ ਨੇ। ਭਾਈ ਗਨੀ ਖਾਨ ਨਬੀ ਖਾਨ ਨੂੰ ਨਵਾਜਦੇ ਪਏ ਆ ਸਤਿਗੁਰੂ। ਔਰ ਸਾਹਿਬ ਜੀ ਨੇ ਫਿਰ ਉੱਥੋਂ ਦੀ ਰਾਤ ਵੀ ਬੇਨਤੀ ਕੀਤੀ ਸੀ, ਇਹ 'ਚ ਕੋਈ ਝੂਠ ਨਹੀਂ ਹੈ, ਉਹ ਪੀਰ ਨੇ ਤੇ ਪੀਰ ਹੀ ਰਹਿਣੇ ਆ। ਜਹਰ ਪੀਰ ਜਗਤ ਗੁਰ ਬਾਬਾ। ਔਰ ਇਹ ਅਸੀਂ ਨਹੀਂ, ਇਹ ਮੁਲਤਾਨ ਬਗਦਾਦ ਦੇ ਵੱਡੇ ਤੋਂ ਵੱਡੇ ਪੀਰ ਵੀ ਕਹਿੰਦੇ ਆ ਵੀ ਸਭ ਤੋਂ ਵੱਡਾ ਜੇ ਕੋਈ ਪੀਰ ਹੈ ਤੇ ਗੁਰੂ ਨਾਨਕ ਸਾਹਿਬ ਨੇ। ਬਗਦਾਦ ਹੈ ਹੀ ਪੀਰਾਂ ਦਾ ਗੜ੍ਹ। ਮੁਲਤਾਨ ਵਿੱਚ ਇੱਕ ਤੋਂ ਇੱਕ ਚੋਟੀ ਦੇ ਪੀਰ ਰਹਿੰਦੇ ਆ, ਪਰ ਉਹ ਝੁਕ ਗਏ ਗੁਰੂ ਨਾਨਕ ਸਾਹਿਬ ਅੱਗੇ, ਕਿਉਂਕਿ ਤੁਹਾਡੇ ਤੋਂ ਵੱਡਾ ਪੀਰ ਨਹੀਂ ਸਾਨੂੰ ਦਿਸਿਆ। ਤੇ ਗੁਰੂ ਗੋਬਿੰਦ ਸਿੰਘ ਜੀ ਅੰਦਰ ਕੀ ਹੈ? ਗੁਰੂ ਨਾਨਕ ਸਾਹਿਬ ਦੀ ਉਹੀ ਜੋਤ ਹੈ। ਇਹਨਾਂ ਰਾਹਾਂ ਤੋਂ ਲੰਘ ਕੇ ਹੀ ਗੁਰੂ ਸਾਹਿਬ ਨੇ ਜਾਣਾ ਹੈ। ਇੱਥੋਂ ਲੰਘ ਕੇ ਹੀ ਸਤਿਗੁਰੂ ਜੀ ਨੇ ਰਾਏ ਕੋਟ ਪਹੁੰਚ ਕੇ, ਰਾਏ ਕੱਲੇ ਕੋਲ ਪਹੁੰਚ ਕੇ ਤੇ ਸਰਹੰਦ ਦੀ ਖਬਰ ਜਿਹੜੀ ਆ ਉਹ ਨੂਰੇ ਮਾਹੀ ਤੋਂ ਮੰਗਵਾਉਣੀ ਹੈ। ਹੁਣ ਆਪਣੀ ਸੁਰਤ ਲੈ ਕੇ ਚੱਲੋ ਕਿ ਮੁਰਿੰਡੇ ਦੀ ਕੋਤਵਾਲੀ ਵਿੱਚੋਂ ਦੀ ਕਿਵੇਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਹੱਥ ਕੜੀਆਂ ਪਾ ਕੇ ਇਸ ਅੱਤ ਦੀ ਠੰਡ ਦੇ ਵਿੱਚ ਜਿਹੜੀਆਂ ਇਹ ਠੰਡੀਆਂ ਹਵਾਵਾਂ ਬਰਫ਼ ਵਾਂਗੂ ਚੱਲਦੀਆਂ ਨੇ, ਤਨ ਨੂੰ ਚੀਰਦੀਆਂ, ਹੱਡ ਨੂੰ ਚੀਰਦੀਆਂ ਹੋਈਆਂ, ਉਹਨਾਂ ਦੇ ਵਿੱਚ ਲੈ ਕੇ ਜਾ ਰਹੇ ਆ। ਕਿਉਂਕਿ ਮੁਰਿੰਡੇ ਵਿੱਚ ਵੀ ਇਹਨਾਂ ਨੇ ਕੋਈ ਪਿਆਰ ਨਾਲ ਨਹੀਂ ਰੱਖਿਆ, ਕੋਤਵਾਲੀ ਵਿੱਚ ਤਸੀਹੇ ਦਿੱਤੇ ਨੇ ਉੱਥੇ, ਤਾਂ ਕਿ ਇਹ ਸਾਡੀ ਈਨ ਮੰਨ ਲੈਣ। ਪਰ ਉੱਥੇ ਡੋਲੇ ਨਹੀਂ। ਕਿਉਂ ਨਹੀਂ ਡੋਲੇ? ਕਿਉਂਕਿ ਪਿਆਰੇ ਦੀ ਯਾਦ ਵਿੱਚ ਜੁੜੇ ਨੇ। ਉਹ ਬਾਹਰ ਦੇ ਸਵਾਦਾਂ ਵਿੱਚ ਨਹੀਂ ਜੁੜੇ, ਅੰਦਰੋਂ ਨਾਮ ਦਾ ਸਵਾਦ, ਨਾਮ ਦਾ ਰਸ ਲੈ ਰਹੇ ਨੇ। ਜੇ ਬਾਹਰ ਦੇ ਸਵਾਦਾਂ 'ਚ ਹੁੰਦੇ ਫਿਰ ਤਾਂ ਕਹਿੰਦੇ ਦਾਦੀ ਮਾਂ ਭੁੱਖ ਬੜੀ ਲੱਗੀ ਹੈ, ਫਿਰ ਤੇ ਕਹਿੰਦੇ ਦਾਦੀ ਮਾਂ ਆ ਗੰਗੂ ਦੇ ਘਰ ਸਾਨੂੰ ਕੀ ਖਾਣ ਨੂੰ ਦਿੱਤਾ ਹੈ, ਸਾਨੂੰ ਤੇ ਸਵਾਦ ਹੀ ਕੋਈ ਨਹੀਂ ਲੱਗਾ।
ਅਸੀਂ ਇੱਥੇ ਸਵਾਦੀ ਬਣ ਕੇ ਆਈਏ, ਪਰ ਗੁਰਬਾਣੀ ਦਾ ਸਵਾਦ ਲੈਣ, ਨਾਮ ਦਾ ਸਵਾਦ ਲੈਣ ਆਈਏ, ਨਾਮ ਦਾ ਰਸ ਲੈਣ ਵਾਸਤੇ ਆਈਏ। ਜਦੋਂ ਕਹਿੰਦੇ ਪਹੁੰਚੇ ਸਰਹੰਦ, ਕਿਉਂਕਿ ਸੂਬਾ ਸਰਹੰਦ ਨੇ ਆਖਿਆ ਵੀ ਲਿਆਓ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ। ਸਿਪਾਹੀ ਕਹਿਣ ਲੱਗੇ ਵੀ ਸੂਬਾ ਸਰਹੰਦ, ਵਜ਼ੀਰ ਖਾਂ, ਇਹਨਾਂ ਨੂੰ ਕਿੱਥੇ ਕੈਦ ਕਰਨਾ ਹੈ? ਕਹਿਣ ਲੱਗੇ ਉਹ ਜਿਹੜਾ ਠੰਡਾ ਬੁਰਜ ਹੈ ਨਾ, ਉੱਥੇ ਇਹਨਾਂ ਨੂੰ ਬਿਠਾਓ, ਨਜ਼ਰ ਬੰਦ ਕਰ ਦਿਓ। ਤੇ ਜਦੋਂ ਤੁਸੀਂ ਠੰਡੇ ਬੁਰਜ ਵਿੱਚ ਬਿਠਾ ਕੇ ਨਜ਼ਰ ਬੰਦ ਕਰਨਾ ਤੇ ਕੋਈ ਪਰਦਾ ਨਹੀਂ ਕਰਨਾ, ਇਸੇ ਤਰ੍ਹਾਂ ਬੁਰਜ ਖੁੱਲਾ ਰਹਿਣ ਦੇਣਾ, ਤਾਂ ਕਿ ਠੰਡੀਆਂ ਹਵਾਵਾਂ ਜਦੋਂ ਇਹਨਾਂ ਨੂੰ ਚੀਰਨਗੀਆਂ ਇਹ ਆਪੇ ਹੀ ਸਾਡੇ ਅੱਗੇ ਸਿਰ ਝੁਕਾਉਣਗੇ। ਪਰ ਇਹ ਨਹੀਂ ਸੀ ਪਤਾ ਅੰਦਰ ਗੁਰਬਾਣੀ ਦਾ ਨਿੱਘ ਹੀ ਬਹੁਤ ਜ਼ਿਆਦਾ ਹੈ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ, ਕੰਠ ਵਿੱਚ ਨਾਮ ਅੰਦਰ ਘੁਲਿਆ ਪਿਆ, ਨਾਮ ਉਹਦਾ ਨਿੱਘ ਹੀ ਇੰਨਾ ਜ਼ਿਆਦਾ ਹੈ ਕਿ ਬਾਹਰ ਦੀ ਠੰਡ ਸਤਾ ਹੀ ਨਹੀਂ ਸਕਦੀ। ਤੇ ਇਹ ਵੀ ਬੇਨਤੀ ਕਰਾਂ, ਜਿਨ੍ਹਾਂ ਨੂੰ ਬਾਹਰ ਦੀ ਠੰਡ ਸਤਾਉਂਦੀ ਹੈ ਨਾ, ਉਹ ਅੰਦਰ ਬਾਣੀ ਨਾਲ ਘੁਲੇ ਮਿਲੇ ਨਹੀਂ ਹੋਣਗੇ। ਕਿਉਂਕਿ ਕਈ ਵਾਰੀ ਬੰਦਾ ਕਹਿੰਦਾ ਵੀ ਅੱਜ ਠੰਡ ਬਹੁਤ ਹੈ, ਕੀ ਨਿਕਲਣਾ ਰਜ਼ਾਈ ਤੋਂ, ਗੁਰਦੁਆਰੇ ਹੀ ਜਾਣਾ, ਜਦੋਂ ਮਰਜ਼ੀ ਚਲੇ ਜਾਵਾਂਗੇ। ਇਹਦਾ ਮਤਲਬ ਹਜੇ ਅੰਦਰ ਬਾਣੀ ਨੇ ਨਿੱਘ ਨਹੀਂ ਦਿੱਤਾ। ਜੇ ਬਾਣੀ ਨੇ ਅੰਦਰ ਨਿੱਘ ਦਿੱਤਾ ਹੁੰਦਾ ਤੇ ਅੰਮ੍ਰਿਤ ਵੇਲੇ ਫਿਰ ਮੰਜੇ ਤੇ ਨਹੀਂ ਸੀ ਅਸੀਂ ਪੈ ਸਕਦੇ, ਫਿਰ ਸਾਨੂੰ ਇਹ ਬਾਹਰ ਦੀ ਠੰਡ ਸਤਾ ਨਹੀਂ ਸੀ ਸਕਦੀ। ਤੇ ਜੇ ਕਦਮ ਰੋਕਦੀ ਹੈ ਗੁਰੂ ਘਰ ਆਉਣ ਤੋਂ ਬਾਹਰ ਦੀ ਠੰਡ, ਫਿਰ ਮਾਫ ਕਰਨਾ, ਹਜੇ ਬਾਣੀ ਅੰਦਰ ਵਸੀ ਨਹੀਂ ਹੈ ਸਾਡੇ। ਕਹਿੰਦੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਬੁਰਜ ਤੇ ਬਿਠਾ ਦਿੱਤਾ, ਕੋਈ ਗਰਮ ਬਸਤਰ ਨਹੀਂ, ਕੋਈ ਉੱਥੇ ਪਰਦਾ ਨਹੀਂ ਕੀਤਾ ਹਵਾ ਤੋਂ ਬਚਣ ਲਈ। ਜਿਹੜਾ ਜੇਠ ਹਾੜ ਮਹੀਨੇ 'ਚ ਠੰਡਾ, ਤੇ ਉਹ ਪੋਹ ਮਾਘ ਵਿੱਚ ਕਿੰਨਾ ਠੰਡਾ ਹੋਏਗਾ। ਇੱਥੇ ਸਖਤ ਪਹਿਰਾ ਸਿਪਾਹੀਆਂ ਦਾ ਲਾ ਦਿੱਤਾ ਵੀ ਕੋਈ ਇੱਥੇ ਤੱਕ ਨਾ ਪਹੁੰਚੇ, ਪਾਣੀ ਦਾ ਘੁੱਟ ਵੀ ਪਿਆਉਣ ਲਈ ਕੋਈ ਨਾ ਜਾਵੇ। ਕਹਿੰਦੇ ਨੇ ਇਹਨਾਂ ਨੂੰ ਅਗਲੇ ਦਿਨ ਪੇਸ਼ੀ ਹੋਏਗੀ, ਕਚਹਿਰੀ ਵਿੱਚ ਲੈ ਕੇ ਆਉਣਾ। ਉਹ ਸਾਰਾ ਦਿਨ ਜਿਹੜਾ ਸੀ ਲੰਘ ਗਿਆ, ਰਾਤ ਲੰਘ ਗਈ, ਸਿਰਫ ਗੁਰਬਾਣੀ ਦਾ ਨਿੱਘ ਜਿਹੜਾ ਮਾਤਾ ਜੀ ਨੇ ਆਪਣੇ ਬੁੱਕਲ ਦਾ ਜਿਹੜਾ ਨਿੱਘ ਦਿੱਤਾ, ਤੇ ਅੰਦਰ ਗੁਰਬਾਣੀ ਦਾ ਨਿੱਘ ਦਿੱਤਾ। ਗੁਰਬਾਣੀ ਦਾ ਭੋਜਨ ਛਕਾਇਆ ਵੀ ਮੇਰੇ ਲਾਲ, ਕੱਲ ਦਾ ਸੂਰਜ ਪਤਾ ਨਹੀਂ ਕੀ ਸੁਨੇਹਾ ਲੈ ਕੇ ਆਏਗਾ, ਤੁਸੀਂ ਗੁਰਬਾਣੀ ਦਾ ਅਭਿਆਸ ਕਰੋ। ਆਹ ਭੋਜਨ ਛਕ ਕੇ ਜਾਓਗੇ ਤਾਂ ਤੁਸੀਂ ਡੋਲੋਗੇ ਨਹੀਂ। ਦਿਨ ਚੜਿਆ, ਦਿਨ ਰਾਤ, ਬਸ ਨਾ ਇੱਕ ਪਾਣੀ ਦਾ ਘੁੱਟ ਮਿਲਿਆ, ਨਾ ਖਾਣ ਨੂੰ ਕੁਝ ਮਿਲਿਆ। ਇੱਥੇ ਇੱਕ ਜਿਹੜੇ ਕੈਦੀ ਹੁੰਦੇ ਸਨ, ਉਹਨਾਂ ਨੂੰ ਭੋਜਨ ਬਣਾਉਣ ਦਾ ਜਿਹੜਾ ਸੀ ਜ਼ਿੰਮੇਵਾਰੀ ਬਾਬਾ ਮੋਤੀ ਰਾਮ ਮਹਿਰਾ ਦੀ ਸੀ। ਤੇ ਬਾਬਾ ਮੋਤੀ ਰਾਮ ਮਹਿਰਾ ਨੂੰ ਆਖਿਆ ਸੀ ਵੀ ਤੂੰ ਭੋਜਨ ਬਾਕੀ ਕੈਦੀਆਂ ਨੂੰ ਖਵਾਈ, ਪਰ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਨਹੀਂ ਦੇਣਾ। ਅੱਜ ਅਸੀਂ ਕਿੱਥੇ ਤੁਰੇ ਫਿਰਦੇ ਹਾਂ? ਅਸੀਂ ਆਪਣੇ ਬਣਾ ਕੇ ਬਾਬੇ ਤੁਰੇ ਫਿਰਦੇ ਹਾਂ, ਪਰ ਇਹ ਤੇ ਭੁੱਲ ਹੀ ਗਏ ਜਿਨ੍ਹਾਂ ਨੇ ਸਾਡੇ ਲਈ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ, ਅਸੀਂ ਉਹਨਾਂ ਦੇ ਰੰਗ ਵਿੱਚ ਰੰਗਣਾ ਸੀ। ਅੱਜ ਸਾਨੂੰ ਫੈਸ਼ਨ ਨੇ ਇੰਨਾ ਗੁਰਮਤ ਤੋਂ ਦੂਰ ਕਰ ਦਿੱਤਾ, ਬਾਣੀ ਤੋਂ ਦੂਰ ਕਰ ਦਿੱਤਾ। ਕੋਈ ਨਵਾਂ ਡਿਜ਼ਾਈਨ ਆਵੇ, ਫੈਸ਼ਨ ਆਵੇ, ਅਸੀਂ ਕਹਿੰਦੇ ਆ ਵੀ ਪਹਿਲਾਂ ਮੇਰੇ ਤਨ ਤੇ ਸੱਜਣਾ ਚਾਹੀਦਾ ਹੈ, ਪਰ ਜਿਹੜਾ ਗੁਰੂ ਸਾਹਿਬ ਨੇ ਤੁਹਾਨੂੰ ਸ਼ਿੰਗਾਰ ਦਿੱਤਾ ਹੈ ਉਹਦੇ ਤੋਂ ਅਸੀਂ ਮੁੱਖ ਫੇਰਾਂਗੇ। ਤੇ ਫਿਰ ਅੱਜ ਦਾ ਸ਼ਬਦ ਤੁਸੀਂ ਸੁਣਿਆ ਹੀ ਹੈ, ਮਹਾਰਾਜ ਕਹਿੰਦੇ ਦਰ ਘਰ ਟੋਈ ਨਾ ਲਹੈ, ਛੂਟੀ ਦੂਜੈ ਸਾਧ। ਨਾ ਲੋਕ ਵਿੱਚ ਥਾਂ ਮਿਲਣੀ, ਨਾ ਪਰਲੋਕ ਵਿੱਚ। ਕਈ ਤਾਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਰੱਖ ਲੈਂਦੇ ਨੇ। ਉਹ ਇੰਨੀ ਜ਼ਮੀਰ ਸਾਡੇ ਅੰਦਰ ਮਰ ਗਈ ਕਿ ਅਸੀਂ ਭੁੱਲ ਹੀ ਗਏ ਕਿ ਸਾਹਿਬਜ਼ਾਦੇ ਕਿੰਨੇ ਦੁੱਖ ਤਸੀਹਾਂ ਵਿੱਚੋਂ ਲੰਘਦੇ ਪਏ ਆ। ਸਾਨੂੰ ਖੁਸ਼ੀਆਂ ਦੇਣ ਲਈ ਅਸੀਂ ਆਪਣੀਆਂ ਖੁਸ਼ੀਆਂ 'ਚ ਗੁੰਮ ਹੋਏ ਫਿਰਦੇ ਹਾਂ। ਅਸੀਂ ਆਪਣੇ ਨੱਚਣ ਟੱਪਣ ਵਿੱਚ ਮਸਤ ਹੋਏ ਪਏ ਹਾਂ। ਇੰਨੀ ਸਾਨੂੰ ਕਾਹਲੀ ਹੈ ਕਿ ਅਸੀਂ ਖੁਸ਼ੀਆਂ ਮਨਾਉਣ ਲਈ ਕਿ ਇੱਕ ਹਫ਼ਤਾ ਵੀ ਅਸੀਂ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ। ਗੁਰੂ ਸਾਹਿਬ ਕਿਰਪਾ ਕਰਨ, ਕਦੀ ਆਪਣੇ ਪਾਤਸ਼ਾਹ ਨੂੰ, ਸਾਹਿਬਜ਼ਾਦਿਆਂ ਨੂੰ, ਪਿਆਰਿਆਂ ਨੂੰ ਚੇਤੇ ਕਰੀਏ। ਕਦੇ ਕਿਉਂ, ਰੋਜ਼ ਚੇਤੇ ਕਰੀਏ। ਸਾਡੇ ਲਈ ਉਹ ਸਰਹੰਦ ਫਤਿਹਗੜ੍ਹ ਸਾਹਿਬ ਕੇਵਲ 2-4 ਦਿਨ ਲਈ ਨਹੀਂ ਹੈ, ਚਮਕੌਰ ਸਾਹਿਬ ਦਾ ਅਸਥਾਨ 2-4 ਦਿਨ ਲਈ ਨਹੀਂ ਹੈ।
ਉਹ ਸਾਡੇ ਲਈ 365 ਦਿਨਾਂ ਵਾਸਤੇ ਹੈ। ਸਾਡੇ ਦਿਮਾਗ ਵਿੱਚ ਹਰ ਦਿਨ ਹੋਣਾ ਚਾਹੀਦਾ ਹੈ। ਫਤਿਹਗੜ੍ਹ ਸਾਹਿਬ ਜੋਤੀ ਸਰੂਪ ਅਸਥਾਨ ਸਾਡੇ ਦਿਮਾਗ ਵਿੱਚ ਹਰ ਵੇਲੇ ਹੋਣਾ ਚਾਹੀਦਾ ਹੈ। ਖੈਰ ਸਮਾਂ ਨੇੜੇ ਲੱਗਦਾ ਜਾਂਦਾ ਹੈ। ਬਾਬਾ ਮੋਤੀ ਰਾਮ ਮਹਿਰਾ ਰੋਂਦਾ ਸੀ, ਇਹਦੀ ਜ਼ਮੀਰ ਅੰਦਰੋਂ ਰੋਂਦੀ ਸੀ ਵੀ ਮੈਂ ਬਾਕੀਆਂ ਨੂੰ ਭੋਜਨ ਛਕਾਉਣਾ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਪਾਣੀ ਦਾ ਘੁੱਟ ਪਿਆਉਣ ਦੀ ਵੀ ਇਜਾਜ਼ਤ ਨਹੀਂ। ਕੀ ਕਰਾਂ ਮੈਂ? ਰੋਂਦਾ ਸੀ ਵੀ ਮੈਂ ਕੀ ਕਰਾਂ, ਕਿਵੇਂ ਜਾਵਾਂ ਮੈਂ। ਅਗਲਾ ਦਿਨ ਚੜਿਆ, ਪੇਸ਼ੀ ਸੀ, ਸਿਪਾਹੀ ਆ ਗਏ, ਸੂਬਾ ਸਰਹੰਦ ਦੀ ਕਚਹਿਰੀ ਲੱਗ ਗਈ। ਸਾਰੇ ਵਜ਼ੀਰ ਅਹਿਲਕਾਰ ਆ ਕੇ, ਮਲੇਰਕੋਟਲੇ ਦਾ ਨਵਾਬ ਵੀ ਪਹੁੰਚ ਗਿਆ। ਸੁੱਚਾ ਨੰਦ ਵਰਗਾ ਵੀ ਉੱਥੇ ਬੈਠਾ, ਸੂਬਾ ਸਰਹੰਦ ਵਜ਼ੀਰ ਖਾਂ ਬੈਠਾ ਆਪਣੇ ਆਸਨ ਤੇ। ਸਿਪਾਹੀ ਲੈਣ ਆਏ ਵੀ ਮਾਤਾ ਜੀ ਆ ਬੱਚੇ ਸਾਡੇ ਨਾਲ ਤੋਰੋ, ਅਸੀਂ ਲੈ ਕੇ ਜਾਣੇ ਆ। ਜਦੋਂ ਪੇਸ਼ੀ ਇਹਨਾਂ ਦੀ ਹੋ ਗਈ, ਭੁਗਤ ਗਈ, ਅਸੀਂ ਵਾਪਸ ਛੱਡ ਜਾਵਾਂਗੇ। ਮਾਤਾ ਜੀ ਨੇ ਦੋਵਾਂ ਨੂੰ ਪਿਆਰ ਦਿੱਤਾ, ਲਾਡ ਦਿੱਤਾ, ਔਰ ਤੁਰੇ ਨੇ ਦੋਵੇਂ। ਸਿਪਾਹੀ ਅੱਗੇ ਅੱਗੇ ਜਾਂਦਾ ਹੈ। ਦਰਬਾਰ ਵਿੱਚ, ਕਚਹਿਰੀ ਵਿੱਚ ਜਾਂਦਿਆਂ ਉਸ ਸਿਪਾਹੀ ਨੇ ਸੂਬਾ ਸਰਹੰਦ ਅੱਗੇ ਸਿਰ ਨਵਾਇਆ ਤੇ ਉਹਨੂੰ ਸਲਾਮ ਕੀਤੀ ਤੇ ਨਾਲ ਆਖਿਆ, ਬੱਚਿਓ ਆ ਸੂਬਾ ਸਰਹੰਦ ਹੈ, ਜਿਵੇਂ ਮੈਂ ਸਲਾਮ ਕੀਤੀ ਤੁਸੀਂ ਵੀ ਕਰੋ। ਤੇ ਬੱਚਿਆਂ ਨੇ ਅੱਗੋਂ ਕੀ ਆਖਿਆ? ਉਹਨਾਂ ਆਖਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਲਾਲਾ ਨੇ ਗੱਜ ਕੇ ਫਤਿਹ ਬੁਲਾਈ। ਇਹ ਕਹਿੰਦੇ ਕਚਹਿਰੀ ਨਹੀਂ, ਪੂਰਾ ਸਰਹੰਦ ਤੱਕ ਹਿੱਲ ਗਿਆ ਸੀ। ਤੇ ਸਾਡੇ ਵਿੱਚ ਇੱਕ ਬਹੁਤ ਕਮੀ ਆ ਚੁੱਕੀ ਹੈ, ਮੈਨੂੰ ਮਾਫ ਕਰਨਾ, ਸਾਡੇ ਮੁੱਖ ਚੋਂ ਫਤਿਹ ਨਿਕਲਦੀ ਕੋਈ ਨਹੀਂ। ਆ ਸਾਡੇ ਬੱਚਿਆਂ ਨੂੰ ਤੁਸੀਂ ਜਿੰਨੇ ਮਰਜ਼ੀ ਤੁਸੀਂ ਨਾਮ ਗਾਣੇ ਵਾਲਿਆਂ ਦੇ, ਫਿਲਮਾਂ ਵਾਲਿਆਂ ਦੇ ਸੁਣ ਲਓ, ਹੱਸ ਕੇ ਸੁਣਾਉਣਗੇ, ਤੇ ਜਦੋਂ ਕਹੋ ਫਤਿਹ ਬੁਲਾਓ ਤੇ ਸੰਗ ਆ ਜਾਂਦੀ, ਸ਼ਰਮ ਆ ਜਾਂਦੀ ਹੈ। ਮੂੰਹ ਚੋਂ ਵਾਹਿਗੁਰੂ ਨਿਕਲਦਾ ਹੀ ਕੋਈ ਨਹੀਂ। ਪਰ ਜਿਹੜੇ ਬੱਚੇ ਰੰਗੇ ਹੋਏ ਨੇ ਮਾਪਿਆਂ ਨੇ ਬਾਣੀ ਵਿੱਚ, ਮੁਬਾਰਕ ਹੈ ਉਹਨਾਂ ਨੂੰ। ਉਹਨਾਂ ਦੇ ਚਰਨਾਂ ਦੀ ਧੂੜੀ ਲੋਚਦੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਗੱਜ ਕੇ ਫਤਿਹ ਬੁਲਾਈ ਤੇ ਸਾਰਿਆਂ ਦੀਆਂ ਅੱਖਾਂ ਵੀ ਖੁੱਲ ਗਈਆਂ ਤੇ ਕੰਨ ਵੀ ਖੁੱਲ ਗਏ ਵੀ ਨਿੱਕੀਆਂ ਜਿੰਦਾਂ ਨੇ ਹੌਸਲੇ ਇੰਨੇ ਬੁਲੰਦ। ਉਹ ਕਹਿਣ ਲੱਗੇ, ਨਵਾਬ ਹੈ, ਇਹਦੇ ਅੱਗੇ ਫਤਿਹ ਨਹੀਂ ਚੱਲਣੀ, ਸਿਰ ਨਵਾਓ। ਉਹਨਾਂ ਆਖਿਆ, ਅਕਾਲ ਪੁਰਖ ਤੋਂ ਸਿਵਾ ਸਿਰ ਨਹੀਂ ਕਿਸੇ ਅੱਗੇ ਝੁਕਦਾ। ਸਾਨੂੰ ਫਤਿਹ ਬੁਲਾਉਣੀ ਸਿਖਾਈ ਹੈ, ਸਾਨੂੰ ਕਿਸੇ ਅੱਗੇ ਸਲਾਮ ਕਰਨਾ, ਝੁਕਣਾ ਨਹੀਂ ਸਿਖਾਇਆ। ਸਵਾਲ ਜਵਾਬ ਸ਼ੁਰੂ ਹੋ ਗਏ। ਸਵਾਲ ਤੇ ਸਵਾਲ ਗੁਰੂ ਕੇ ਪਿਆਰੇ ਬੁਲੰਦੀ ਵਿੱਚ ਚੜ੍ਹਦੀ ਕਲਾ 'ਚ ਅਡੋਲ ਰਹਿ ਕੇ ਜਵਾਬ ਦਿੰਦੇ ਰਹੇ, ਨਹੀਂ ਝੁਕੇ। ਵਾਪਸ ਫਿਰ ਮਾਤਾ ਜੀ ਕੋਲ ਠੰਡੇ ਬੁਰਜ ਤੇ ਲਿਆਂਦਾ। ਕਹਿੰਦੇ ਕੱਲ ਨੂੰ ਫਿਰ ਇਹਨਾਂ ਦੀ ਪੇਸ਼ੀ ਹੋਏਗੀ, ਫਿਰ ਇਹਨਾਂ ਨੂੰ ਸੱਦਿਆ ਜਾਏਗਾ। ਜਦੋਂ ਕਹਿੰਦੇ ਨੇ ਸ਼ਾਮਾਂ ਪੈ ਗਈਆਂ ਤੇ ਮਾਤਾ ਜੀ ਕਹਿੰਦੇ, ਲਾਲ ਤੁਸੀਂ ਕਚਹਿਰੀ ਵਿੱਚ ਅਡੋਲ ਰਹੇ ਹੋ, ਆਓ ਬੈਠੋ ਆਪਾਂ ਸੋਦਰ ਦਾ ਪਾਠ ਕਰੀਏ, ਆਓ ਮੈਂ ਤੁਹਾਨੂੰ ਭੋਜਨ ਛਕਾਵਾਂ। ਕੋਲ ਬੈਠ ਕੇ ਮਾਤਾ ਜੀ ਸੋਦਰ ਰਹਿਰਾ ਸਾਹਿਬ ਦਾ ਪਾਠ ਕਰਦੇ ਆ। ਉਧਰੋਂ ਬਾਬਾ ਮੋਤੀ ਰਾਮ ਮਹਿਰਾ ਰੋ ਰਿਹਾ ਵੀ ਮੈਂ ਕਿਵੇਂ ਜਾਵਾਂ। ਉਹਦੀ ਆਤਮਾ ਕਹਿੰਦੀ ਆ ਵੀ ਤੂੰ ਸੇਵਾ ਨਿਭਾ, ਤੇਰਾ ਜੀਵਨ ਲੇਖੇ ਲੱਗ ਜਾਏਗਾ। ਕਹਿੰਦੇ ਘਰ ਆਇਆ, ਘਰ ਆ ਕੇ ਘਰ ਵਾਲੀ ਨੂੰ ਕਹਿੰਦਾ ਵੀ ਦੁੱਧ ਗਰਮ ਕਰ, ਗੜਵਾ ਭਰ ਦੇ ਦੁੱਧ ਦਾ। ਉਹਨੇ ਆਖਿਆ, ਸਿਰ ਦੇ ਸਾਈਂ ਕੀ ਲੋੜ ਪੈ ਗਈ? ਕਹਿੰਦੇ ਮੇਰੀ ਆਤਮਾ ਦੀ ਆਵਾਜ਼ ਹੈ ਵੀ ਅੱਜ ਸੇਵਾ ਨਿਭਾਉਣੀ ਹੈ, ਅੱਜ ਸੇਵਾ ਨਿਭਾਉਣੀ ਹੈ, ਅੱਜ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣਾ ਹੈ। ਕਹਿੰਦੇ ਤੁਹਾਨੂੰ ਪਤਾ ਇਹਦੇ ਬਦਲੇ ਕੀ ਮਿਲਣਾ ਹੈ? ਕਹਿੰਦਾ ਪਤਾ, ਇਹਦੇ ਬਦਲੇ ਮੈਨੂੰ ਮੌਤ ਮਿਲਣੀ ਹੈ। ਦਰਦਨਾਕ ਮੌਤ ਦੇਣਗੇ ਇਹ, ਜਿਨ੍ਹਾਂ ਦੇ ਪੱਥਰ ਦਿਲ ਨੇ, ਜਿਨ੍ਹਾਂ ਵਿੱਚ ਦਇਆ ਨਹੀਂ ਹੈ। ਇਹ ਮੌਤ ਦੇਣਗੇ। ਹੋ ਸਕਦਾ ਤੈਨੂੰ ਵੀ ਮੌਤ ਦੇਣ, ਹੋ ਸਕਦਾ ਆਪਣੇ ਪੂਰੇ ਪਰਿਵਾਰ ਨੂੰ ਮੌਤ ਦੇਣਗੇ, ਪਰ ਮਰਨਾ ਤੇ ਹੈ, ਮਰਨਾ ਤੇ ਹੈ। ਫਿਰ ਕਿਉਂ ਨਾ ਆਪਾਂ ਜ਼ਿੰਦਗੀ ਦਾ ਲਾਹਾ ਖੱਟ ਕੇ ਮਰੀਏ। ਕਹਿੰਦੇ ਨੇ ਕਿਵੇਂ ਪਹੁੰਚੋਗੇ? ਕਹਿੰਦੇ ਤੂੰ ਇਦਾਂ ਕਰ, ਤਨ ਦੇ ਗਹਿਣੇ ਦੇ ਦੇ ਸਾਰੇ, ਇਹ ਸਾਰੇ ਗਹਿਣੇ ਮੈਨੂੰ ਦੇ ਦੇ, ਇਹਨਾਂ ਦੀ ਚਮਕ ਵੇਖ ਕੇ ਸਿਪਾਹੀ ਡੁੱਲ ਜਾਣਗੇ ਤੇ ਮੈਂ ਮਾਤਾ ਜੀ ਤੱਕ ਪਹੁੰਚ ਜਾਵਾਂਗਾ। ਉਹਨੇ ਆਖਿਆ, ਸਿਰ ਦੇ ਸਾਈਆਂ, ਜੇ ਤਨ ਦੇ ਗਹਿਣੇ ਅੱਜ ਲੇਖੇ ਲੱਗਣ ਲੱਗੇ ਆ ਨਾ, ਤੇ ਜੇ ਸੇਵਾ ਨਿਭਾਉਂਦੇ ਆ ਮੇਰਾ ਤਨ ਵੀ ਲੇਖੇ ਲੱਗ ਜਾਏਗਾ ਤੇ ਮੈਂ ਪਿੱਛੇ ਨਹੀਂ ਹਟਾਂਗੀ, ਮੈਂ ਆਪਣਾ ਆਪਾ ਕੁਰਬਾਨ ਕਰ ਦਿਆਂਗੀ।
ਧਨ ਹੈ ਬਾਬਾ ਮੋਤੀ ਰਾਮ ਮਹਿਰਾ। ਉਹਦਾ ਪਰਿਵਾਰ ਧਨ ਹੈ, ਜਿਹਨੂੰ ਬਾਅਦ ਵਿੱਚ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜਿਆ, ਸਿਰਫ ਇੱਕ ਦੁੱਧ ਦੀ ਸੇਵਾ ਨਿਭਾਈ ਹੈ। ਕਹਿੰਦੇ ਮਾਤਾ ਜੀ ਤੱਕ ਰਾਤ ਹਨੇਰਾ ਹੋ ਚੁੱਕਾ ਸੀ। ਮਾਤਾ ਜੀ ਤੱਕ ਪਹੁੰਚਿਆ, ਆਵਾਜ਼ ਦਿੱਤੀ, ਮਾਂ। ਕਹਿੰਦੇ ਕੌਣ ਹੈ ਇਸ ਵੇਲੇ? ਕਹਿੰਦੇ ਤੁਹਾਡੇ ਚਰਨਾਂ ਦੇ ਜੋੜੇ ਝਾੜਨ ਵਾਲਾ, ਦੁੱਧ ਲੈ ਕੇ ਆਇਆ ਮੋਤੀ ਰਾਮ। ਕਹਿੰਦੇ ਤੈਨੂੰ ਪਤਾ ਨਹੀਂ ਸਾਡੇ ਤੱਕ ਆਉਣ ਦੀ ਸਜ਼ਾ? ਕਹਿਣ ਲੱਗੇ ਪਤਾ ਹੈ, ਪਰ ਤੁਹਾਡੇ ਘਰ ਦਾ ਵੀ ਪਤਾ ਹੈ, ਜਿੱਥੇ ਸਿਖਾਇਆ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣ ਕਾ ਤਾਓ, ਆਓ ਹਮਾਰੇ ਪਾਸ। ਬਸ ਇਹਨੂੰ ਕਮਾਉਣ ਲਈ ਆਇਆ। ਉਹ ਦੁੱਧ ਛਕਿਆ ਸੀ ਬਸ, ਜਿਹੜਾ ਸੇਵਾ ਬਾਬਾ ਮੋਤੀ ਰਾਮ ਮਹਿਰਾ ਨੇ ਕਮਾਈ। ਇਤਿਹਾਸ ਵਿੱਚ ਬਾਬਾ ਮੋਤੀ ਰਾਮ ਮਹਿਰਾ ਤੇ ਉਹਦੇ ਪਰਿਵਾਰ ਦਾ ਨਾਮ ਸਦਾ ਚਮਕਦਾ ਰਹੇਗਾ। ਸਾਡਾ ਸਿਰ ਹਰ ਵੇਲੇ ਝੁਕਦਾ ਰਹੇਗਾ, ਜਿਹਨੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਉਹ ਦੁੱਧ ਛਕਾਉਣ ਦੀ ਸੇਵਾ ਕੀਤੀ ਹੈ। ਅਗਲਾ ਦਿਨ ਚੜਿਆ। ਅਗਲੇ ਦਿਨ ਸਿਰ ਝੁਕਾਉਣ ਲਈ ਛੋਟੀ ਜਿਹੀ ਬਾਰੀ ਸੀ। ਵੱਡੇ ਪੁਰਾਣੇ ਸਮੇਂ 'ਚ ਜਿਹੜੇ ਬਣੇ ਸੀ ਦਰਵਾਜ਼ੇ, ਤਾਂ ਕਿ ਇਹ ਸਿਰ ਝੁਕਾ ਕੇ ਅੰਦਰ ਆਉਣ। ਪਰ ਸਾਹਿਬਜ਼ਾਦੇ ਵੀ ਚੜ੍ਹਦੀ ਕਲਾ ਵਾਲੇ ਸਨ, ਉਹਨਾਂ ਨੇ ਸਿਰ ਨਹੀਂ ਝੁਕਾਇਆ, ਸਗੋਂ ਪੈਰ ਦੀ ਜੁੱਤੀ ਦਿਖਾ ਕੇ ਅੰਦਰ ਆਉਂਦੇ ਆ। ਉਹਨਾਂ ਆਖਿਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਹਾਂ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਹਾਂ, ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜਪੋਤਰੇ ਹਾਂ, ਅਸੀਂ ਉਹਦੀ ਵੰਸ਼ ਚੋਂ ਹਾਂ ਜਿਹੜਾ ਤੱਤੀ ਤਵੀ ਤੇ ਬਹਿ ਕੇ ਵੀ ਨਹੀਂ ਡੋਲਿਆ। ਫਿਰ ਸਵਾਲ ਜਵਾਬ ਪੇਸ਼ੀਆਂ ਹੋਣਗੀਆਂ, ਡਰਾਇਆ ਬੜਾ ਜਾਏਗਾ, ਤਸੀਹੇ ਬੜੇ ਦਿੱਤੇ ਜਾਣਗੇ। ਇਹਨਾਂ ਨੂੰ ਕਈਆਂ ਨੇ ਆਖਿਆ ਛੜੀਆਂ ਵੀ ਮਾਰੀਆਂ ਨੇ, ਛੜੀਆਂ ਮਾਰ ਮਾਰ ਕੇ ਆਖਿਆ ਸੀ ਇਨ ਮੰਨ ਲਓ। ਪਰ ਸਾਹਿਬਜ਼ਾਦੇ ਕਹਿੰਦੇ ਜਿੰਨਾ ਮਰਜ਼ੀ ਦੁੱਖ ਦੇ ਲਓ, ਪਰ ਆ ਸਿਰ ਨਹੀਂ ਤੁਹਾਡੇ ਸੂਬਾ ਸਰਹੰਦ ਅੱਗੇ ਝੁਕਣਾ। ਕਿਹੜੇ ਲਾਲਚ ਨਹੀਂ ਦਿੱਤੇ, ਸਾਨੂੰ ਆ ਥੋੜੇ ਥੋੜੇ ਲਾਲਚ ਦਿੰਦੇ ਆ ਤੇ ਅਸੀਂ ਕਹਿੰਦੇ ਆ ਗੁਰੂ ਦੀ ਸਿੱਖੀ ਛੱਡੀ, ਅਸੀਂ ਗੁਰੂ ਦਾ ਸਰੂਪ ਛੱਡ ਕੇ ਪਾਸੇ ਹੋ ਜਾਂਦੇ ਆ। ਪਰ ਸਾਹਿਬਜ਼ਾਦੇ ਸਿਖਾ ਰਹੇ ਨੇ ਕਿ ਆ ਇੰਨੇ ਤਸੀਹੇ ਝੱਲ ਕੇ ਵੀ ਉਹ ਸਿੱਖੀ ਛੱਡਣ ਨੂੰ ਤਿਆਰ ਨਹੀਂ। ਉਹ ਕਹਿੰਦੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦਾ ਪ੍ਰਣ ਕਰਕੇ ਆਏ ਆ। ਫਿਰ ਮਲੇਰ ਕੋਟਲੇ ਦੇ ਨਵਾਬ ਨੂੰ ਆਖਿਆ, ਕਹਿਣ ਲੱਗੇ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਦੇ ਉਸ ਜੰਗ ਵਿੱਚ ਮਾਰਿਆ, ਤੂੰ ਆਪਣੇ ਭਰਾ ਦਾ ਬਦਲਾ ਲੈ ਇਹਨਾਂ ਬੱਚਿਆਂ ਤੋਂ। ਤੇ ਉਹਦੀ ਜ਼ਮੀਰ ਜਾਗਦੀ ਸੀ ਅੰਦਰ, ਤੇ ਜੇ ਜਾਗਦੀ ਸੀ ਅੱਜ ਤਾਂ ਹੀ ਮਲੇਰ ਕੋਟਲੇ ਦਾ ਨਾਮ ਹੈ। ਉਹਨੇ ਆਖਿਆ, ਕਹਿਣ ਲੱਗੇ ਸੂਬਾ ਸਰਹੰਦ बदला लेना होगा तो बाप से लेंगे, खुदा महफूज रखे मुझे इस पाप से। मैं ये पाप नहीं कमाना चाहता, मैनू खुदा माफ करे, मैं तेरी कचहरी तो उठ के चला जाऊंगा, पर यह पाप नहीं मेरे तो होना। उन्हें हाँ दा नारा मारिया सी, उहदा भी नाम सदा इतिहास विच रहेगा। टोडर मल दा भी नाम सदा इतिहास च रहेगा। गनी खां नबी खां दा नाम इतिहास विच रहेगा, जिन्हां ने वाकई गुरु गोबिंद सिंह महाराज तुहाडे ते परिवार साहिबजादियां नाल खलोना कीता। नहीं तो अपने भी बेगाने हो जाते ने, अपने भी बेगाने हो के ते पल्ला छड़ जाते ने। गुरु साहब किरपा करन। हुण सारे डरावे दे के देख लिया, लालच दे के देख लिया, तसीहे दे के वेख लिया, छड़ियां मार के वेख लिया, नहीं गुरु साहब दे प्यारे झुके। फिर अखीर नूं कल जिहड़ा दिन आउणा ना, कल नूं फिर ਉਹਨਾਂ ਨੂੰ ਨੀਹਾਂ ਵਿੱਚ ਖੜਾ ਕੇ ਦੀਵਾਰ ਵਿੱਚ ਚਿਣਨ ਦਾ ਫਤਵਾ ਜਾਰੀ ਹੋਣਾ ਹੈ ਵੀ ਇਹਨਾਂ ਨੂੰ ਸ਼ਹਾਦਤ ਸ਼ਹੀਦ ਆਪਾਂ ਕਹਿੰਦੇ ਵੀ ਸ਼ਹੀਦ ਕਰ ਦਿੱਤਾ ਜਾਵੇ। ਉਹ ਕਹਿੰਦੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ। ਫਿਰ ਮੌਤ ਹੀ ਇਕੱਲੀ ਨਹੀਂ, ਜੀਵਾ ਵੀ ਕਰਨਾ ਹੈ। ਉਹ ਕਿਵੇਂ ਕਰਨਾ ਹੈ? ਕੱਲ ਜਿਹੜਾ ਦਿਨ ਆਉਣਾ ਨਾ, ਚੜ੍ਹਨਾ ਹੈ, ਤੇ ਮਾਤਾ ਜੀ ਨੂੰ ਪਤਾ ਹੈ ਵੀ ਅੱਜ ਸੂਰਜ ਦੀ ਲਾਲੀ ਕੁਝ ਹੋਰ ਕਹਿ ਰਹੀ ਹੈ। ਉਹਨਾਂ ਨੂੰ ਕਿਸ ਤਰ੍ਹਾਂ ਦੀਵਾਰ ਵਿੱਚ ਚਿਣਨਾ ਹੈ, ਕਿਵੇਂ ਉਹ ਕੰਧ ਡਿੱਗਣਾ ਹੈ, ਕਿਵੇਂ ਜੀਵਾ ਕਰਨਾ ਹੈ, ਕਿਵੇਂ ਚੜ੍ਹਦੀ ਕਲਾਂ ਦੀਆਂ ਸ਼ਹਾਦਤਾਂ ਹੋਣੀਆਂ। ਤੇ ਉਹ ਤਕਰੀਬਨ ਵਿਦਵਾਨਾਂ ਨੇ 10 ਤੇ 11 ਵਜੇ ਦਾ ਸਮਾਂ ਮੰਨਿਆ ਕੱਲ ਜਿਹੜਾ ਦਿਨ ਆਉਣਾ ਨਾ। ਤੇ ਹਰ ਕੋਈ ਅੰਦਰ ਰੂਹ ਜਿਹੜੀ ਹੈ ਉਹ 10 ਵਜੇ ਜੁੜੀ ਹੋਵੇ ਕਿ ਉਹ ਸਮਾਂ ਹੈ 10 ਤੋਂ 11 ਦਾ, ਜਦੋਂ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਉਸ ਦੀਵਾਰ ਵਿੱਚ ਚਿਣੇ ਜਾ ਰਹੇ ਹੋਣਗੇ। ਅਸੀਂ ਮਹਿਸੂਸ ਕਰੀਏ ਪਲ ਪਲ, ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਜੋੜੀਏ
ਤੇ ਆ ਦੂਜੀਆਂ ਦੁਨੀਆ ਦੇ ਸਵਾਦ ਛੱਡ ਕੇ ਅਸੀਂ ਆਹ ਸਵਾਦ ਗੁਰਬਾਣੀ ਦਾ ਲਈਏ। ਬਾਣੀ ਦੇ ਰੰਗ ਵਿੱਚ ਰੰਗ ਜਾਓ। ਅਰਦਾਸ ਕਰੋ ਆਪਣੇ ਹਿਰਦੇ ਦੀ ਗਹਿਰਾਈ ਵਿੱਚੋਂ ਕਿ ਐਸਾ ਰੰਗ ਨਾਮ ਦਾ ਸਾਡੇ ਅੰਦਰ ਵੀ ਲੱਗ ਜਾਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ। ਇਹ ਅਰਦਾਸ ਕਰੋ, ਨਾਮ ਬਾਣੀ ਦੇ ਰੰਗ ਵਿੱਚ ਰੰਗੇ ਜਾਈਏ। ਜਿੱਥੇ ਆਪ ਜੀ ਨੇ ਹਰ ਵੇਲੇ ਗੁਰਬਾਣੀ ਦਾ ਲਾਹਾ ਲੈਣਾ ਹੈ, ਗੁਰੂ ਚਰਨਾਂ ਵਿੱਚ ਜੁੜਨਾ ਹੈ, ਉੱਥੇ ਸਿੰਘ ਸਾਹਿਬਾਨਾਂ ਵੱਲੋਂ ਵੀ ਬੇਨਤੀ ਹੈ, ਕੱਲ੍ਹ 10 ਵਜੇ ਜਿੰਨਾ ਹੋ ਸਕੇ 5-7 ਮਿੰਟ ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰੋ। ਮਹਿਸੂਸ ਕਰਦੇ ਹਾਂ ਕਿ ਉਸ ਸਰਹੰਦ ਵਿੱਚ ਕੀ ਕਹਿਰ ਵਾਪਰ ਰਿਹਾ। ਗੁਰੂ ਸਾਹਿਬ ਕਿਰਪਾ ਕਰਨ, ਚੜ੍ਹਦੀ ਕਲਾ ਸਭਨਾਂ ਨੂੰ ਬਖਸ਼ਣ, ਨਾਮ ਬਾਣੀ ਦੇ ਰੰਗ ਵਿੱਚ ਰੰਗਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਬਖਸ਼ ਦੇਣ ਸਤਿਗੁਰੂ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸ਼ਬਦ ਵਿੱਚੋਂ ਅੱਜ ਦੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ ਜੀ। ਪਿਰ ਕੀ ਨਾਰ ਸੁਹਾਵਣੀ, ਮੁਤੀ ਸੋ ਕਿਤ ਸਾਧ। ਪਿਰ ਕੈ ਕਾਮ ਨਾ ਆਵਈ, ਬੋਲੇ ਫਾਦਲ ਬਾਦ। ਦਰ ਘਰ ਢੋਈ ਨਾ ਲਹੈ, ਛੂਟੀ ਦੂਜੈ ਸਾਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।